हाँ जी दोस्तों, स्वागत है ਤੁਹਾਡਾ JMG ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ। ਜਿਵੇਂ ਕਿ ਤੁਹਾਡੇ ਨਾਲ ਅਸੀਂ ਪ੍ਰੋਮਿਸ ਕੀਤਾ ਸੀ ਕਿ ਬਹੁਤ ਹੀ ਜਲਦ ਅਸੀਂ ਆਪਣੇ ਚੈਨਲ ਦੇ ਉੱਪਰ ਜਿਹੜੀ ਐਗਜ਼ਾਮ ਨੇ ਜਿਹੜੇ ਬਹੁਤ ਨਜ਼ਦੀਕ ਆ ਚੁੱਕੇ ਨੇ ਉਸ ਸੰਬੰਧੀ ਜਿਹੜੀ ਰਿਵੀਜ਼ਨ ਹੈ ਉਹ ਅਸੀਂ ਆਪਣੇ ਚੈਨਲ ਦੇ ਉੱਪਰ ਸਟਾਰਟ ਕਰਵਾਵਾਂਗੇ ਤੇ ਅੱਜ ਉਹ ਅਸੀਂ ਰਿਵੀਜ਼ਨ ਸਟਾਰਟ ਕਰਵਾਉਣ ਜਾ ਰਹੇ ਹਾਂ। ਸੋ ਇਹ ਜਿਹੜੀ ਰਿਵੀਜ਼ਨ ਹੋਵੇਗੀ ਇਹ ਰਿਵੀਜ਼ਨ ਬੇਸਿਕਲੀ ਸਾਰੀਆਂ ਕਲਾਸਿਸ ਦੇ ਲਈ ਕਾਮਨਲੀ ਸਟਾਰਟ ਕਰਾਂਗੇ ਕਿਉਂਕਿ ਜਿਹੜੇ ਟੌਪਿਕ ਨੇ ਉਹ ਟੌਪਿਕ ਲਗਭਗ ਕਈ ਕਲਾਸਾਂ ਦੇ ਵਿੱਚ ਸੇਮ ਹੀ ਹੁੰਦੇ ਨੇ। ਸੋ ਜਿਹੜੇ ਪਹਿਲਾਂ ਅਸੀਂ ਬੇਸਿਕ ਕਨਸੈਪਟ ਨੇ ਜਿਹੜੇ ਉਹ ਟੱਚ ਕਰਾਂਗੇ। ਜਿਵੇਂ ਤੁਸੀਂ ਬੋਰਡ ਦੇ ਉੱਪਰ ਦੇਖ ਰਹੇ ਹੋ ਵਰਗ ਸਕੁਅਰ ਮੈਥ ਦਾ ਟੌਪਿਕ ਅਸੀਂ ਸਟਾਰਟ ਕਰ ਰਹੇ ਹਾਂ। ਬਾਕੀ ਸਬਜੈਕਟਸ ਨੇ ਜਿਹੜੇ ਉਹਨਾਂ ਦਾ ਵੀ ਸਟਾਰਟ ਕਰਾਂਗੇ ਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਪਹਿਲਾਂ ਬੇਸਿਕ ਗੱਲਾਂ ਨੇ ਉਹ ਸਟਾਰਟ ਕਰਾਂਗੇ ਆਪਾਂ। ਪਰ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਮੈਥ ਤੋਂ। ਸੋ ਮੈਥ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਵਰਗ ਦੀ। ਵਰਗ ਇੱਕ 2 ਡਾਈਮੈਂਸ਼ਨਲ ਫਿਗਰ ਹੈ, ਮਤਲਬ ਕਿ ਦੋ ਪਸਾਰੀ। ਦੋਸਤੋ ਪਹਿਲਾਂ ਹੀ ਦੱਸ ਦਿੰਦੇ ਆ ਕਿ ਪੰਜਾਬੀ ਤੇ ਅੰਗਰੇਜ਼ੀ ਜਿਹੜੇ ਦੋਨੇ ਮੀਡੀਅਮ ਨੇ ਅਸੀਂ ਨਾਲ-ਨਾਲ ਲੈ ਕੇ ਚੱਲਾਂਗੇ ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਦੋਨੇ ਮੀਡੀਅਮ ਨੇ ਜਿਹੜੇ ਫੋਲੋ ਕੀਤੇ ਜਾਂਦੇ ਨੇ। ਸੋ ਗੱਲ ਕਰਦੇ ਹਾਂ ਹੁਣ ਵਰਗ ਦੀ ਸਕੁਅਰ ਦੀ। ਸਕੁਅਰ ਇੱਕ ਦੋ ਪਸਾਰੀ, ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਆ 2 ਡਾਈਮੈਂਸ਼ਨਲ ਫਿਗਰ, ਮਤਲਬ ਕਿ ਇੱਕ ਪਲੇਨ ਪੱਧਰੀ ਸਤ੍ਹਾ ਦੇ ਉੱਪਰ ਇੱਕ ਜੋ ਦੋ ਪਸਾਰੀ ਬਹੁਭੁਜ ਪੋਲੀਗਨ ਹੈ ਉਸ ਨੂੰ ਅਸੀਂ ਵਰਗ ਕਹਿੰਦੇ ਆ। ਹਾਂਜੀ, ਇਹ ਹੈ ਵਰਗ ਸਕੁਅਰ। ਇਹਦੇ ਵਿੱਚ ਕੁੱਲ 4 ਭੁਜਾਵਾਂ ਹੁੰਦੀਆਂ ਨੇ। ਠੀਕ ਹੈ ਜੀ, ਕੁੱਲ 4 ਭੁਜਾਵਾਂ ਹੁੰਦੀਆਂ ਨੇ। 1 2 3 4। ਚਾਰੇ ਦੀਆਂ ਚਾਰੇ ਕੀ ਹੁੰਦੀਆਂ ਨੇ? ਬਰਾਬਰ ਹੁੰਦੀਆਂ ਨੇ ਤੇ ਚਾਰ ਹੀ ਇਹਦੇ ਵਿੱਚ ਕੋਣ ਹੁੰਦੇ ਨੇ, ਇਹ ਵੀ ਬਰਾਬਰ ਹੁੰਦੇ ਨੇ। ਠੀਕ ਹੈ ਜੀ, ਇੰਨੀ ਬੇਸਿਕ ਜਿਹੜੀ ਜਾਣਕਾਰੀ ਹੈ ਉਹ ਹਰ ਬੱਚੇ ਨੂੰ ਹੋਵੇਗੀ। ਪਰ ਅੱਜ ਵਰਗ ਦੇ ਵਿੱਚ ਤੁਹਾਨੂੰ ਬਹੁਤ ਕੁਝ ਪਤਾ ਲੱਗੇਗਾ ਜੋ ਅਸੀਂ 10th ਤੱਕ ਦੇ ਸਿਲੇਬਸ ਦੇ ਵਿੱਚ ਕਾਊਂਟ ਕਰਦੇ ਹਾਂ, ਬੇਸਿਕ ਤੋਂ ਲੈ ਕੇ 4th ਕਲਾਸ ਦੇ ਬੱਚੇ ਤੋਂ ਲੈ ਕੇ 10th ਕਲਾਸ ਦੇ ਬੱਚੇ ਤੱਕ ਜਿੰਨੀ ਵੀ ਨੌਲੇਜ ਹੈ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੰਪਲੀਟ ਮਿਲੇਗੀ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਲਾਈਕ ਤੇ ਸ਼ੇਅਰ ਕਰਕੇ ਉਹਦੇ ਉੱਪਰ ਕਮੈਂਟ ਕਰਨਾ, ਆਪਣੀ ਫੀਡਬੈਕ ਦੇਣੀ ਨਾ ਭੁੱਲਣਾ। ਸੋ ਅੱਗੇ ਅਸੀਂ ਸਮਝਦੇ ਹਾਂ ਕਿ ਜਿਹੜਾ ਵਰਗ ਹੈ ਉਹਦੇ ਵਿੱਚ ਹੋਰ ਕੀ ਕੁਝ ਹੈ। ਸੋ ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਚਾਰੇ ਭੁਜਾਵਾਂ ਤੇ ਚਾਰੇ ਕੋਣ ਬਰਾਬਰ ਹੁੰਦੇ ਆ ਤੇ ਇਹਦਾ ਜਿਹੜਾ ਹਰੇਕ ਕੋਣ ਹੈ ਉਹ 90 ਡਿਗਰੀ ਦਾ ਹੁੰਦਾ ਹੈ ਜੀ, ਮਤਲਬ ਕਿ ਸਮਕੋਣ। ਕੀ ਹੁੰਦਾ ਹੈ ਜੀ? ਸਮਕੋਣ ਹੁੰਦਾ ਹੈ। ਚਾਰੇ ਭੁਜਾਵਾਂ ਨੂੰ ਅਸੀਂ ਕਹਿੰਦੇ ਆ ਜੀ ਸਾਈਡ। 4 ਸਾਈਡਸ ਹੁੰਦੀਆਂ ਨੇ, ਸਾਰੀਆਂ ਸਾਈਡਸ ਕੀ ਹੁੰਦੀਆਂ ਨੇ? ਇਕੁਅਲ ਹੁੰਦੀਆਂ ਜੀ, ਬਰਾਬਰ ਹੁੰਦੀਆਂ ਨੇ, ਇਕੁਅਲ ਹੁੰਦੀਆਂ। ਤੇ ਈਚ ਐਂਗਲ ਹੈ ਜਿਹੜਾ ਹਰੇਕ ਕੋਣ ਉਹ ਹੁੰਦਾ ਹੈ ਜੀ 90 ਡਿਗਰੀ ਦਾ। ਇਹ ਬੇਸਿਕ ਜਾਣਕਾਰੀ ਹੈ। ਇਸ ਤੋਂ ਅੱਗੇ ਅਸੀਂ ਪ੍ਰੋਪਰਟੀਜ਼ ਦੇ ਵਿੱਚ ਚੱਲਦੇ ਹਾਂ ਕਿ ਹੋਰ ਵਰਗ ਦੀਆਂ ਕਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਤੇ ਜਿਹੜੀਆਂ ਪ੍ਰੋਪਰਟੀਜ਼ ਸਾਨੂੰ ਅੱਗੇ ਜਾ ਕੇ ਫਾਰਮੂਲਿਆਂ ਦੇ ਰੂਪ ਵਿੱਚ ਕੰਮ ਆਉਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਨਾਲ ਹੀ ਇੱਕ ਹੋਰ ਦੋ ਪਸਾਰੀ 2 ਡਾਈਮੈਂਸ਼ਨਲ ਫਿਗਰ ਹੁੰਦੀ ਹੈ ਜਿਹਨੂੰ ਅਸੀਂ ਆਇਤ ਕਹਿੰਦੇ ਹਾਂ ਜੀ। ਆਇਤ ਤੇ ਵਰਗ ਮਤਲਬ ਸਕੁਅਰ, ਇਹ ਆ ਗਈ ਜੀ ਰੈਕਟੈਂਗਲ। ਇਹ ਲਗਭਗ ਇਹਨਾਂ ਦੀਆਂ ਸਾਰੀਆਂ ਪ੍ਰੋਪਰਟੀਜ਼, ਇਹਨਾਂ ਦੀਆਂ ਵਿਸ਼ੇਸ਼ਤਾਵਾਂ ਸੇਮ ਹੁੰਦੀਆਂ ਨੇ। ਠੀਕ ਹੈ, ਪਰ ਇਹਨਾਂ ਵਿੱਚ ਇੱਕ ਚੀਜ਼ ਦਾ ਫਰਕ ਹੁੰਦਾ ਹੈ। ਕੀ ਫਰਕ ਹੁੰਦਾ ਹੈ ਕਿ ਇਹਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਹੀ ਬਰਾਬਰ ਹੁੰਦੀਆਂ, ਇਹਦੀਆਂ ਸਾਰੀਆਂ ਬਰਾਬਰ ਹੁੰਦੀਆਂ, ਪਰ ਵਰਗ ਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਵੀ ਬਰਾਬਰ ਹੁੰਦੀਆਂ। ਇਸ ਲਈ ਅਸੀਂ ਵਰਗ ਨੂੰ ਆਇਤ ਵੀ ਕਹਿੰਦੇ ਆ। ਵਰਗ ਨੂੰ ਅਸੀਂ ਆਇਤ ਵੀ ਕਹਿ ਦਿੰਦੇ ਆ। ਸਕੁਅਰ ਇਜ਼ ਆਲਸੋ ਏ ਰੈਕਟੈਂਗਲ। ਸਕੁਅਰ ਇਜ਼ ਆਲਸੋ ਏ ਰੈਕਟੈਂਗਲ। ਕਲੀਅਰ? ਇਹ ਚੀਜ਼ ਯਾਦ ਰੱਖਣੀ ਹੈ।
ਅੱਗੇ ਜੀ ਅਸੀਂ ਭੁਜਾਵਾਂ ਬਾਰੇ ਦੇਖ ਲਿਆ, ਕੋਣਾਂ ਬਾਰੇ ਦੇਖ ਲਿਆ, ਠੀਕ ਹੈ ਜੀ। ਸਾਈਡਸ ਵੀ ਦੇਖ ਲਈਆਂ ਤੇ ਐਂਗਲਸ ਵੀ ਦੇਖ ਲਏ ਕਿ ਬਰਾਬਰ ਹੁੰਦੇ ਆ। ਇਸ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਜੀ, ਕੀ ਹੁੰਦੀ ਹੈ ਜੀ, ਉਹ ਅਸੀਂ ਇਹਨੂੰ ਸਮਝਦੇ ਹਾਂ। ਤਾਂ ਉਸ ਤੋਂ ਪਹਿਲਾਂ ਅਸੀਂ ਅਗਰ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ, ਅਗਰ ਅਸੀਂ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ, ਡੈਫੀਨੇਸ਼ਨ ਦੇ ਵਿੱਚ ਅਸੀਂ ਕੀ ਡੈਫੀਨੇਸ਼ਨ ਦੇ ਸਕਦੇ ਹਾਂ ਅਗਰ ਇਹਨੂੰ ਇੱਕ ਲਾਈਨ ਦੇ ਵਿੱਚ ਦੱਸਣਾ ਹੋਵੇ ਕਿ ਵਰਗ ਕੀ ਹੁੰਦਾ। ਤਾਂ ਸਕੁਅਰ ਇਜ਼ ਅ ਪੋਲੀਗਨ, ਸਕੁਅਰ ਇਜ਼ ਅ ਪੋਲੀਗਨ, ਵਰਗ ਇੱਕ ਚਤੁਰਭੁਜ ਹੈ ਜਾਂ ਬਹੁਭੁਜ ਹੈ, ਦੋਨੇ ਚੀਜ਼ਾਂ ਕਹਿ ਸਕਦੇ ਹੋ। ਸਕੁਅਰ ਇਜ਼ ਅ ਕੁਆਡਰੀਲੇਟਰਲ ਔਰ ਪੋਲੀਗਨ, ਠੀਕ ਹੈ। ਸਕੁਅਰ ਦੇ ਸਾਰੇ ਕੋਣ ਬਰਾਬਰ ਹੁੰਦੇ ਆ ਤੇ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ, ਮਤਲਬ ਚਾਰੇ ਕੋਣ, all angles and all sides of square are equal and each angle is 90 degree, ਹਰੇਕ ਕੋਣ 90 ਡਿਗਰੀ ਦਾ ਹੁੰਦਾ। ਕਲੀਅਰ ਹੈ ਜੀ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ, ਇਹ ਡੈਫੀਨੇਸ਼ਨ ਤੁਸੀਂ ਦੇ ਦੋਗੇ, ਪਰ ਇਹਦੇ ਵਿੱਚ ਇੱਕ ਤੀਸਰੀ ਚੀਜ਼ ਹੁੰਦੀ ਹੈ ਜੀ, ਇਹਦੇ ਵਿਕਰਣ, ਜੋ ਅਸੀਂ ਅੱਗੇ ਜਾ ਕੇ 6th 7th 8th ਤੋਂ ਲਗਭਗ ਇਹਨਾਂ ਦਾ ਕਾਫੀ ਜ਼ਿਆਦਾ ਯੂਜ਼ ਕਰਦੇ ਹਾਂ। ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਕੀ ਕਹਿੰਦੇ ਆ ਜੀ, ਡਾਇਗਨਲ। ਇਹ ਦੋ ਡਾਇਗਨਲਸ ਹੁੰਦੇ ਨੇ ਜੀ, ਸਕੁਅਰ ਦੇ ਟੋਟਲ 2 ਡਾਇਗਨਲਸ ਹੁੰਦੇ ਨੇ। ਡਾਇਗਨਲਸ ਕਹਿੰਦੇ ਕਿਹਨੂੰ ਨੇ ਜੀ, ਡਾਇਗਨਲਸ ਕਹਿੰਦੇ ਕਿਹਨੂੰ ਨੇ, ਜਿਹੜੇ ਸਾਡੇ ਕੋਲ ਸਕੁਅਰ ਦੇ 4 ਵਰਟਿਸਿਸ ਹੁੰਦੇ ਨੇ, ਟੋਟਲ ਕੋਨੇ ਹੁੰਦੇ ਨੇ, 4 ਕੋਨੇ ਹੁੰਦੇ ਨੇ, ਸਕੁਅਰ ਦੇ ਵਰਟਿਸਿਸ ਹੁੰਦੇ ਨੇ ਕਿੰਨੇ ਜੀ, 4 ਵਰਟਿਸਿਸ ਹੁੰਦੇ ਨੇ। 4 ਵਰਟਿਸਿਸ ਨੂੰ ਜਿਹੜੇ ਆਪੋਜ਼ਿਟ ਹੁੰਦੇ ਨੇ, ਜਿਹੜੇ ਆਪੋਜ਼ਿਟ ਆਮਣੇ ਸਾਹਮਣੇ ਦੇ ਕੋਨੇ ਹੁੰਦੇ ਆ ਜੀ, ਉਹਨਾਂ ਨੂੰ ਮਿਲਾਉਣ ਵਾਲੀ ਰੇਖਾ, ਆਮਣੇ ਸਾਹਮਣੇ, ਆ ਇੱਕ ਤੁਹਾਡੇ ਕੋਲੇ ਸਕੁਅਰ ਹੈ, ਤਾਂ ਇਹਦਾ ਆਹ ਵਾਲਾ ਵਰਟਿਸਿਸ ਤੇ ਆਹ ਵਾਲਾ, ਇਹ ਜਿਹੜੇ ਦੋਨੋਂ ਕੋਨੇ ਆ, ਜਦੋਂ ਇਹਨਾਂ ਨੂੰ ਆਪਸ ਵਿੱਚ ਅਸੀਂ ਮਿਲਾਉਂਦੇ ਆ ਤਾਂ ਇਹ ਮਿਲਾਉਣ ਵਾਲੀ ਜਿਹੜੀ ਲਾਈਨ ਹੈ, ਲਾਈਨ ਸੈਗਮੈਂਟ ਹੈ, ਇਹਨੂੰ ਅਸੀਂ ਕੀ ਕਹਿੰਦੇ ਆ ਜੀ, ਡਾਇਗਨਲ ਕਹਿੰਦੇ ਆ। ਇਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਵਿਕਰਣ। ਇਹ ਹੁੰਦਾ ਸਾਡੇ ਕੋਲੇ ਵਿਕਰਣ। ਤਾਂ 2 ਵਿਕਰਣ ਹੁੰਦੇ ਨੇ ਜੀ, ਕਿੰਨੇ ਹੁੰਦੇ ਨੇ ਟੋਟਲ, 2 ਵਿਕਰਣ ਹੁੰਦੇ ਨੇ। ਤਾਂ ਇਹ ਬੇਸਿਕ ਚੀਜ਼ਾਂ ਨੇ ਜੀ ਜਿਹੜੀਆਂ ਵਰਗ ਦੀਆਂ, 4 ਸਾਈਡਸ ਇਕੁਅਲ, 4 ਐਂਗਲ ਇਕੁਅਲ ਔਰ ਹਰੇਕ 90 ਡਿਗਰੀ ਦਾ, ਜਿਹਨੂੰ ਅਸੀਂ ਸਮਕੋਣ ਰਾਈਟ ਐਂਗਲ ਕਹਿੰਦੇ ਆ। ਔਰ ਥਰਡ ਚੀਜ਼ ਹੈ ਜੀ ਡਾਇਗਨਲ, ਵਿਕਰਣ। ਜਿਹੜੇ ਡਾਇਗਨਲ ਨੇ ਉਹ 2 ਹੁੰਦੇ ਨੇ ਤੇ ਉਹ ਵੀ ਆਪਸ ਵਿੱਚ, ਬੋਥ diagonals are equal, ਦੋਨੋਂ diagonals ਵੀ ਆਪਸ ਵਿੱਚ ਕੀ ਹੁੰਦੇ ਨੇ ਜੀ, ਇਕੁਅਲ ਹੁੰਦੇ ਨੇ। ਦੋਨੋਂ diagonals ਕੀ ਹੁੰਦੇ ਨੇ, ਇਕੁਅਲ ਹੁੰਦੇ ਨੇ। ਤਾਂ ਹੁਣ ਅਸੀਂ ਇਹ ਸਿਰਫ ਤੇ ਸਿਰਫ ਬੇਸਿਕ ਚੀਜ਼ਾਂ ਸਮਝੀਆਂ ਵਰਗ ਦੀਆਂ। ਇਹਨਾਂ ਨੂੰ ਹੁਣ ਅਸੀਂ ਇੱਕ ਇੱਕ ਕਰਕੇ ਅੱਗੇ ਡਿਫਾਈਨ ਕਰਾਂਗੇ ਕਿ ਕਿਵੇਂ ਇਹ ਨੈਕਸਟ ਲੈਵਲ ਤੇ ਨੈਕਸਟ ਕਲਾਸ ਦੇ ਵਿੱਚ ਇਹ ਕੰਮ ਆਉਂਦੀਆਂ ਨੇ। ਤਾਂ ਅਸੀਂ ਅੱਗੇ ਦੇਖਦੇ ਹਾਂ ਕਿ ਇਸ ਵਰਗ ਦੇ ਵਿੱਚ ਹੋਰ ਅਸੀਂ ਕੀ ਕੁਝ ਨਵਾਂ ਜਾਣ ਸਕਦੇ ਹਾਂ ਜਾਂ ਕੀ ਕੁਝ ਨਵਾਂ ਸਾਡੇ ਕੋਲ ਬਣ ਕੇ ਆ ਜਿਹੜਾ ਉਹ ਨੈਕਸਟ ਕਲਾਸ ਦੇ ਵਿੱਚ ਆਉਂਦਾ ਹੈ। ਤਾਂ ਅਸੀਂ ਹੁਣ ਇਹਨਾਂ ਨੂੰ ਹੀ ਅੱਗੇ ਡਿਫਾਈਨ ਕਰਾਂਗੇ। ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਕੀ ਚੱਲਦੇ ਹਾਂ, ਕੁਝ ਬੇਸਿਕ ਗੱਲਾਂ ਜਿਨ੍ਹਾਂ ਦੇ ਇਹਨਾਂ ਤੋਂ ਵੀ ਤੁਹਾਡੇ MCQs ਬਣਨਗੇ। MCQs ਦੇ ਤੁਸੀਂ ਆਨਸਰ ਦੋਗੇ, ਜਿਵੇਂ ਛੋਟੀਆਂ ਕਲਾਸਾਂ 'ਚ ਬਣਨਗੇ ਕਿ ਵਰਗ ਦੇ ਕਿੰਨੇ ਕੋਣ ਹੁੰਦੇ ਆ, ਵਰਗ ਦੇ ਸਾਰੇ ਕੋਣ ਖਾਲੀ ਥਾਂ ਹੁੰਦੇ ਹਨ, ਵਰਗ ਦੇ 2 ਡੈਸ਼ ਹੁੰਦੇ ਹਨ, ਵਿਕਰਨ ਆ ਜਾਏਗਾ, ਠੀਕ ਹੈ। ਵਰਗ ਨੂੰ ਡੈਸ਼ ਵੀ ਕਿਹਾ ਜਾ ਸਕਦਾ ਹੈ, ਆਇਤ ਕਿਹਾ ਜਾ ਸਕਦਾ ਹੈ। ਵਰਗ ਦੇ ਚਾਰੇ ਕੋਣ ਖਾਲੀ ਥਾਂ ਹੁੰਦੇ ਹਨ, ਬਰਾਬਰ ਹੁੰਦੇ ਹਨ, ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ MCQs ਦੇ ਵਿੱਚ 4th ਦੇ ਵਿੱਚ 5th ਦੇ ਵਿੱਚ ਤੇ 6th ਦੇ ਵਿੱਚ ਇਹ ਤੁਹਾਡੀਆਂ ਜਿਹੜੀਆਂ MCQs ਦੇ ਵਿੱਚ ਜਾਂ 1 ਮਾਰਕਸ ਵਾਲੇ ਜਿਹੜੇ ਕੁਐਸਚਨ ਨੇ ਉਹ ਤੁਹਾਨੂੰ ਬਣ ਕੇ ਆਉਂਦੇ ਨੇ। ਸੋ ਐਦਾਂ ਦੇ ਜਿਹੜੇ ਕੁਐਸਚਨ ਨੇ ਉਹ ਸਾਰੇ ਅਸੀਂ ਇਹਦੇ ਵਿੱਚ ਕਵਰ ਕਰਾਂਗੇ। ਤਾਂ ਹੁਣ ਇੱਕ ਹੋਰ 1 ਮਾਰਕਸ ਕੁਐਸਚਨ ਨੇ ਜਿਹੜੇ ਉਹਦੇ ਵਿੱਚ ਡੈਫੀਨੇਸ਼ਨਸ ਦੇ ਵਿੱਚ ਆਉਂਦੇ ਨੇ, ਉਹ ਅਸੀਂ ਤੁਹਾਨੂੰ ਕਲੀਅਰ ਕਰਾਵਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਕਿ ਜੋ ਸਾਡੇ ਕੋਲ ਸਕੁਅਰ ਹੈ, ਵਰਗ ਹੈ,
ਉਹਨੂੰ ਆਇਤ ਵੀ ਕਿਹਾ ਜਾ ਸਕਦਾ ਹੈ, ਆਇਤ ਵੀ ਕਿਹਾ ਜਾ ਸਕਦਾ ਹੈ, ਪਰ ਆਇਤ ਨੂੰ ਸਕੁਅਰ ਜਾਂ ਵਰਗ ਇੱਕੋ ਹੀ ਨਾਮ ਹੈ, ਨਹੀਂ ਕਿਹਾ ਜਾ ਸਕਦਾ। ਠੀਕ ਹੈ, ਤਾਂ ਬੱਚੇ ਇਹ ਚੀਜ਼ ਬਿਲਕੁਲ ਨੋਟ ਕਰਨਾ, ਔਰ ਇਹ ਬਲੈਂਕਸ ਦੇ ਵਿੱਚ ਆਉਂਦਾ ਵੀ ਹੈ। ਵਰਗ ਨੂੰ ਆਇਤ ਕਿਹਾ ਜਾ ਸਕਦਾ ਹੈ, ਬਲੈਂਕ ਬਣ ਸਕਦੀ ਹੈ, ਜਾਂ ਵਰਗ ਨੂੰ ਹੋਰ ਕੀ ਕੁਝ ਕਿਹਾ ਜਾ ਸਕਦਾ ਹੈ, ਠੀਕ ਹੈ, ਉਹਦੀ ਬਲੈਂਕਸ ਆ ਸਕਦੀ ਹੈ, ਜਾਂ ਤੁਹਾਡੇ ਕੋਲ MCQ ਆ ਸਕਦਾ ਹੈ ਵਰਗ ਨੂੰ ਹੇਠ ਲਿਖਿਆਂ ਵਿੱਚੋਂ ਵੀ ਕਿਹਾ ਜਾ ਸਕਦਾ ਹੈ। ਉੱਥੇ ਤੁਹਾਨੂੰ ਸਮਾਨਾਂਤਰ ਪੈਰਲੋਗ੍ਰਾਮ ਦਿੱਤੀ ਹੋ ਸਕਦੀ ਹੈ, ਠੀਕ ਹੈ ਜੀ, ਤੁਹਾਡੇ ਕੋਲੇ ਆਇਤ ਦਿੱਤੀ ਹੋ ਸਕਦੀ ਹੈ, ਜਾਂ ਤੁਹਾਡੇ ਕੋਲੇ ਰੋਹੰਬਸ ਦਿੱਤੀ ਹੋ ਸਕਦੀ ਹੈ, ਠੀਕ ਹੈ, ਇਸ ਤਰ੍ਹਾਂ ਦਾ ਕੋਈ ਵੀ ਨਾਮ ਦਿੱਤਾ ਹੋ ਸਕਦਾ, ਕਿਉਂਕਿ ਵਰਗ ਸਕੁਅਰ ਇੱਕ ਐਸੀ ਪੋਲੀਗਨ ਹੈ ਜਿਹੜੀ ਲਗਭਗ ਸਾਰਿਆਂ ਦੀਆਂ ਪ੍ਰੋਪਰਟੀਆਂ ਨੂੰ ਪੂਰਾ ਕਰਦੀ ਹੈ। ਸਭ ਤੋਂ ਪਹਿਲਾਂ ਅਸੀਂ ਆਇਤ ਦੀ ਗੱਲ ਕਰਦੇ ਹਾਂ। ਆਇਤ ਦੇ ਨਾਲ ਬਿਲਕੁਲ ਜਿਹੜੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਮੇਲ ਖਾਂਦੀ ਹੈ। ਜਿਵੇਂ ਅਸੀਂ ਆਇਤ ਤੇ ਮਤਲਬ ਰੈਕਟੈਂਗਲ ਤੇ ਸਕੁਅਰ ਨੂੰ ਕੋਰਿਲੇਟ ਕਰਦੇ ਹਾਂ, ਕੋਰਿਲੇਟ ਕਰਦੇ ਹਾਂ। ਦੇਖੋ ਸਕੁਅਰ ਦੀਆਂ all sides equal, but rectangle ਦੀਆਂ opposite sides equal, but square ਦੀਆਂ ਵੀ opposite sides ਆਪਸ ਵਿੱਚ equal ਹੁੰਦੀਆਂ ਨੇ। ਓਕੇ, ਸੋ ਅਸੀਂ we call square also rectangle, but rectangle ਦੀਆਂ ਸਾਰੀਆਂ ਸਾਈਡਸ ਇਕੁਅਲ ਨਹੀਂ ਹੁੰਦੀਆਂ, ਇਸ ਲਈ ਅਸੀਂ ਰੈਕਟੈਂਗਲ ਨੂੰ ਸਕੁਅਰ ਨਹੀਂ ਕਹਿ ਸਕਦੇ। ਪਹਿਲੀ ਕੁਆਲਿਟੀ ਕਲੀਅਰ ਹੋ ਗਈ। ਨੈਕਸਟ, ਅਗਰ ਅਸੀਂ ਪੈਰਲੋਗ੍ਰਾਮ ਲੈ ਲੈਂਦੇ ਆ, ਪੰਜਾਬੀ ਚ ਅਸੀਂ ਕਹਿੰਦੇ ਆ ਸਮਾਨਾਂਤਰ ਚਤੁਰਭੁਜ, ਇੰਗਲਿਸ਼ ਦੇ ਵਿੱਚ ਅਸੀਂ ਕੀ ਕਹਿੰਦੇ ਆ, ਪੈਰਲੋਗ੍ਰਾਮ। ਪੈਰਲੋਗ੍ਰਾਮ ਦੇ ਵਿੱਚ ਕੀ ਹੁੰਦਾ ਹੈ, ਆਪੋਜ਼ਿਟ ਸਾਈਡਸ ਕੀ ਹੁੰਦੀਆਂ ਨੇ, ਪੈਰਲਲ ਹੁੰਦੀਆਂ ਨੇ। ਇਹ ਵਾਲੀ ਸਾਈਡ ਇਹਦੇ ਪੈਰਲਲ ਹੈ, ਇਹ ਵਾਲੀ ਸਾਈਡ ਇਹਦੇ ਪੈਰਲਲ। ਕਲੀਅਰ? ਤੇ ਆਪੋਜ਼ਿਟ ਐਂਗਲਸ ਕੀ ਹੁੰਦੇ ਨੇ, ਇਕੁਅਲ ਹੁੰਦੇ ਨੇ। ਬੇਟਾ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਨਾਲ ਸੁਣਨੀਆਂ ਨੇ, ਪੌਜ਼ ਕਰਕੇ ਸੁਣ ਸਕਦੇ ਹੋ, ਇਹਨਾਂ ਨੂੰ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਸਕਦੇ ਹੋ, ਕਿਉਂਕਿ ਸਮਝਣੀਆਂ ਜ਼ਰੂਰੀ ਨੇ। ਅਗਰ ਸਮਝ ਆ ਗਈਆਂ ਤਾਂ ਅਪ ਟੂ 10th ਤੁਸੀਂ ਇਹਨਾਂ ਨੂੰ ਬੜਾ ਈਜ਼ੀਲੀ ਸੋਲਵ ਕਰ ਸਕਦੇ ਹੋ। ਲਿਖੀਆਂ ਹੋਈਆਂ ਤੁਹਾਨੂੰ ਮਿਲ ਜਾਣਗੀਆਂ, ਠੀਕ ਹੈ, ਬਟ ਸਮਝਣਾ, ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਕਲੀਅਰ ਕਰਨਾ, ਕਿਉਂਕਿ ਮੈਥ ਇੱਕ ਐਸਾ ਸਬਜੈਕਟ ਹੈ ਜਿਹਦੇ ਉੱਪਰ ਤੁਸੀਂ ਰੱਟਾਫਿਕੇਸ਼ਨ ਨਹੀਂ ਚਲਾ ਸਕਦੇ। ਸੋ ਰੱਟਾ ਲਗਾਉਣਾ ਮੈਥ ਦੇ ਉੱਪਰ ਬੰਦ ਕਰੋ, ਤਾਂ ਹੀ ਮੈਥ ਤੁਹਾਨੂੰ ਔਖਾ ਲੱਗਦਾ। ਮੈਥ ਨੂੰ ਸਮਝਣਾ ਸਟਾਰਟ ਕਰੋ। ਇਸ ਵੀਡੀਓ ਨੂੰ ਤੁਸੀਂ 1 ਤੋਂ 2 ਵਾਰ ਦੇਖਣਾ, ਫਿਰ ਜਿਹੜੀਆਂ ਗੱਲਾਂ ਤੁਹਾਨੂੰ ਇਹਦੇ ਵਿੱਚੋਂ ਲੱਗਦੀਆਂ ਕੁਝ ਨਵੀਆਂ ਨੇ ਉਹ ਨੋਟ ਕਰਨੀਆਂ। 1-2 ਵਾਰ ਜਦੋਂ ਵੀਡੀਓ ਨੂੰ ਦੇਖੋਗੇ ਤਾਂ ਤੁਸੀਂ ਬਿਲਕੁਲ ਸਾਰੇ ਟੌਪਿਕ ਆ ਜਿਹੜੇ ਚੰਗੀ ਤਰ੍ਹਾਂ ਸਮਝ ਜਾਓਗੇ। ਸੋ ਹੁਣ ਅਸੀਂ ਕੰਪੇਅਰ ਕਰ ਰਹੇ ਹਾਂ, ਕੋਰਿਲੇਟ ਕਰ ਰਹੇ ਹਾਂ ਸਮਾਨਾਂਤਰ ਤੇ ਵਰਗ ਨੂੰ, ਸਕੁਅਰ ਐਂਡ ਪੈਰਲੋਗ੍ਰਾਮ। ਸੋ ਪੈਰਲੋਗ੍ਰਾਮ ਦੀਆਂ ਆਪੋਜ਼ਿਟ ਸਾਈਡਸ ਪੈਰਲਲ ਹੁੰਦੀਆਂ ਨੇ, ਇਹਦੀਆਂ ਵੀ ਆਪੋਜ਼ਿਟ ਸਾਈਡਸ ਪੈਰਲਲ ਨੇ, ਕਿਉਂਕਿ ਈਚ ਐਂਗਲ ਇਜ਼ 90 ਡਿਗਰੀ। ਜਦੋਂ ਕੋਈ ਵੀ ਸਮਕੋਣ ਰਾਈਟ ਐਂਗਲ ਤੇ ਬਿਲਕੁਲ ਖੜੀਆਂ, ਲਾਈਕ ਸਾਡਾ ਰੂਮ ਹੁੰਦਾ ਹੈ, ਬੈਡਰੂਮ, ਕਲਾਸਰੂਮ, ਕੋਈ ਵੀ ਰੂਮ ਆ, ਉਹਦੀਆਂ ਸਾਰੀਆਂ ਦੀਵਾਰਾਂ ਨੇ ਜਿਹੜੀਆਂ ਉਹ 90 ਡਿਗਰੀ ਤੇ ਹੁੰਦੀਆਂ ਨੇ, ਤਾਂ ਇਸ ਲਈ ਉਹ ਆਪਣੇ ਸਾਹਮਣੇ ਪੈਰਲਲ ਹੁੰਦੀਆਂ ਨੇ। ਕੀ ਉਹ ਦੇਖਿਆ ਕਿਤੇ ਮਿਲਦੀਆਂ ਨੇ? ਲਾਈਕ ਆ ਜਿਵੇਂ ਟਰੈਕ ਹੁੰਦਾ ਰੇਲਵੇ ਟਰੈਕ, ਰੇਲਵੇ ਟਰੈਕ ਦੇ ਉੱਪਰ ਵੀ ਜਿਹੜੀਆਂ ਦੋਨੋਂ ਲਾਈਨਸ ਸਾਈਡ ਤੇ ਗਾਡਰ ਵਗੈਰਾ ਲਗਾ ਕੇ ਇੱਕ ਪਟੜੀ ਬਣਾਈ ਹੁੰਦੀ ਹੈ, ਉਹ ਆਪਸ ਵਿੱਚ ਪੈਰਲਲ ਹੁੰਦੇ ਨੇ। ਤਾਂ ਵਰਗ ਸਕੁਅਰ ਦੀਆਂ ਵੀ ਆਪੋਜ਼ਿਟ ਸਾਈਡਸ ਨੇ ਜਿਹੜੀਆਂ ਉਹ ਪੈਰਲਲ ਹੁੰਦੀਆਂ ਨੇ। ਸੋ ਇਹਦੀਆਂ ਵੀ ਪੈਰਲਲ ਹੁੰਦੀਆਂ ਨੇ ਆਪੋਜ਼ਿਟ ਸਾਈਡਸ। ਇਹਦੇ ਆਪੋਜ਼ਿਟ ਐਂਗਲਸ ਆਪਸ ਵਿੱਚ ਇਕੁਅਲ ਹੁੰਦੇ ਨੇ, ਇਹਦੇ ਵੀ ਹੁੰਦੇ ਆ, ਇਹ ਵੀ 90 ਹੈ, ਇਹ ਵੀ 90 ਹੈ, ਇਹ ਵੀ 90 ਹੈ, ਇਹ ਵੀ 90, ਇਹ ਵੀ ਇਕੁਅਲ ਨੇ। ਸੋ ਸਕੁਅਰ ਪੈਰਲੋਗ੍ਰਾਮ ਦੀਆਂ ਸਾਰੀਆਂ ਪ੍ਰੋਪਰਟੀਆਂ ਪੂਰੀਆਂ ਕਰਦਾ ਹੈ, ਇਸ ਲਈ ਸਕੁਅਰ ਨੂੰ ਅਸੀਂ ਪੈਰਲੋਗ੍ਰਾਮ ਵੀ ਕਹਿ ਸਕਦੇ ਹਾਂ। ਵਰਗ ਸਮਾਨਾਂਤਰ ਚਤੁਰਭੁਜ ਵੀ ਹੈਗੀ ਹੈ, ਠੀਕ ਹੈ, ਵਰਗ ਸਮਾਨਾਂਤਰ ਚਤੁਰਭੁਜ ਵੀ ਹੈਗੀ ਹੈ। ਤਾਂ ਅਸੀਂ ਇਹ ਦੋਨੇ ਚੀਜ਼ਾਂ ਇਹਦੇ ਤੋਂ ਪ੍ਰੂਫ ਕਰ ਸਕਦੇ ਹਾਂ, ਪਰ ਅਸੀਂ ਪੈਰਲੋਗ੍ਰਾਮ ਨੂੰ ਸਕੁਅਰ ਨਹੀਂ ਕਹਿ ਸਕਦੇ। ਪੈਰਲੋਗ੍ਰਾਮ ਸਕੁਅਰ ਦੀਆਂ ਪ੍ਰੋਪਰਟੀਆਂ ਨੂੰ ਪੂਰਾ ਨਹੀਂ ਕਰਦੀ। ਕਲੀਅਰ ਹੈ?
ਇਹਦੇ ਵਿੱਚ ਅਗਰ ਕੋਈ ਡਾਊਟ ਤੁਹਾਨੂੰ ਰਹਿ ਗਿਆ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਸੁਣ ਸਕਦੇ ਹੋ, ਕੁਝ ਹੋਰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਅੱਗੇ ਕਮੈਂਟ ਦੇ ਵਿੱਚ ਮੈਂਸ਼ਨ ਕਰਨਾ, ਅਸੀਂ ਉਹਨੂੰ ਵੀ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤਾਂ ਇਹ ਐਂਗਲਸ ਤੇ ਸਾਈਡਸ ਨੂੰ ਲੈ ਕੇ ਅਸੀਂ ਕੋਰਿਲੇਟ ਕਰਕੇ ਇਹਨਾਂ ਨੂੰ ਕੰਪੇਅਰ ਕੀਤਾ ਰੈਕਟੈਂਗਲ ਤੇ ਪੈਰਲੋਗ੍ਰਾਮ ਦੇ ਨਾਲ। ਇਸੇ ਤਰ੍ਹਾਂ ਤੁਸੀਂ ਰਹੰਬਸ ਦੇ ਨਾਲ ਵੀ ਇਹਨੂੰ ਕਰ ਸਕਦੇ ਹੋ। ਕਲੀਅਰ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਡਾਇਗਨਲਸ ਦੀ। ਤਾਂ ਹੁਣ ਇਹ ਆ ਗਿਆ ਸਾਰਾ ਬੇਸਿਕਸ ਵਗੈਰਾ, ਤਾਂ ਹੁਣ ਅਸੀਂ ਥੋੜਾ ਜਿਹਾ ਡਾਇਗਨਲ ਬਾਰੇ ਡਿਫਾਈਨ ਕਰਾਂਗੇ, ਫਿਰ ਅਸੀਂ ਜੋ ਬੇਸਿਕ ਅੱਗੇ ਫਾਰਮੂਲਾਸ ਨੇ ਉਹਨਾਂ ਤੇ ਚੱਲਾਂਗੇ। ਠੀਕ ਹੈ, ਪਹਿਲਾਂ ਡਾਇਗਨਲ ਬਾਰੇ ਥੋੜਾ ਜਿਹਾ ਬੇਸਿਕ ਆਪਾਂ ਇਹਦੇ ਵਿੱਚ ਡਿਫਾਈਨ ਕਰ ਲਈਏ। ਸਕੁਅਰ ਦੇ ਜੋ ਡਾਇਗਨਲ ਨੇ ਉਹਨਾਂ ਦੀਆਂ ਥੋੜੀਆਂ ਜਿਹੀਆਂ ਪ੍ਰੋਪਰਟੀਆਂ ਜਾਣਨੀਆਂ ਜ਼ਰੂਰੀ ਨੇ ਫਾਰਮੂਲੇਸ ਦੇ ਉੱਪਰ ਜਾਣ ਤੋਂ ਪਹਿਲਾਂ। ਫਾਰਮੂਲਾਸ ਅਸੀਂ ਬਾਅਦ ਚੋਂ ਸਟਾਰਟ ਕਰਾਂਗੇ, ਪਹਿਲਾਂ ਸਾਨੂੰ ਜਿਹੜਾ ਹੈਗਾ ਇਹਦੇ ਲਾਸਟ ਜਿਹੜੀਆਂ ਡਾਇਗਨਲ ਦੀਆਂ ਪ੍ਰੋਪਰਟੀਆਂ ਨੇ ਉਹ ਜਾਣਨੀਆਂ ਜ਼ਰੂਰੀ ਨੇ। ਤਾਂ ਇਹਦੇ ਵਿੱਚ ਓਨਲੀ 2 ਡਾਇਗਨਲਸ ਨੇ। ਠੀਕ ਹੈ, ਆਪੋਜ਼ਿਟ ਵਰਸਸ ਨੂੰ ਜੋ ਇਹਦੇ ਕੋਨੇ ਨੇ ਉਹਨਾਂ ਨੂੰ ਮਿਲਾਉਣ ਵਾਲੀ ਜਿਹੜੀ ਸੈਗਮੈਂਟ ਹੈ ਉਹਨੂੰ ਅਸੀਂ ਡਾਇਗਨਲ ਕਹਿੰਦੇ ਆ। ਇਹ ਆਪਸ ਵਿੱਚ ਇੱਥੇ ਕੀ ਹੁੰਦੇ ਨੇ, ਬਾਈਸੈਕਟ ਹੁੰਦੇ ਨੇ। ਆਪਾਂ ਇਸ ਨੂੰ ਐਨੀ ਨੇਮ ਜਿਹੜਾ ਹੈਗਾ ਉਹ ਦੇ ਦਿੰਨੇ ਆ। ਕਲੀਅਰ। ਤਾਂ ਹੁਣ ਦੇਖੋ ਐਂਗਲਸ ਕਲੀਅਰ। ਹੁਣ ਇਹਦੀਆਂ ਚਾਰੋਂ ਸਾਈਡਸ ਸਕੁਅਰ ਦੀਆਂ ਇਕੁਅਲ ਨੇ ਔਰ ਇਹਦੇ ਡਾਇਗਨਲਸ ਵੀ ਆਪਸ ਵਿੱਚ ਇਕੁਅਲ ਨੇ। ठीक है, diagonals are equal and next property note करो, bisect each other। ये बेटा आपस विच bisect करते ने, मतलब की है बराबर हिस्सियां दे विच वंडदे ने। जिस पॉइंट दे उपर ये दोनों डायगोनल आपस विच कटदे ने ਤਾਂ ਇਹਨਾਂ ਨੂੰ ਬਾਈਸੈਕਟ ਕਰਦੇ ਆ। ਮੀਨਸ ਕਿ ਆ ਵਾਲਾ ਪਾਰਟ ਆ ਵਾਲੇ ਪਾਰਟ ਦੇ ਇਕੁਅਲ ਹੈ, ਆ ਵਾਲਾ ਪਾਰਟ ਆ ਵਾਲੇ ਪਾਰਟ ਦੇ ਇਕੁਅਲ ਹੈ। ਮੀਨਸ ਕਿ ਆਪਸ ਵਿੱਚ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੇ ਨੇ। ਕਲੀਅਰ। ਤਾਂ ਆ ਵਾਲਾ ਪਾਰਟ ਇਹਦੇ ਇਕੁਅਲ, ਬਟ ਜਦੋਂ ਇਹ ਆਪਸ ਵਿੱਚ ਇਕੁਅਲ ਨੇ ਤਾਂ ਇਟ ਮੀਨਸ ਇਹਦੇ ਸਾਰੇ ਹੀ ਹਿੱਸੇ ਕੀ ਹੋਣਗੇ, ਇਕੁਅਲ ਹੋਣਗੇ। ਇਹ ਐਦਾਂ ਹੋਇਆ ਕਿਉਂਕਿ ਜੋ AC ਹੈ ਤੇ BD ਇਹ ਦੋਨੋਂ ਡਾਇਗੋਨਲਸ ਨੇ। ਇਹ ਡਾਇਗੋਨਲਸ ਆਪਸ ਵਿੱਚ ਇਕੁਅਲ ਨੇ ਤਾਂ ਇਹਨਾਂ ਦੇ ਹਾਫ ਵੀ ਇਕੁਅਲ ਹੋ ਗਏ। ਸੋ ਅਗਰ ਇਹ ਹਾਫ ਆ ਵਾਲੇ ਆਪਸ ਵਿੱਚ ਇਕੁਅਲ ਨੇ, ਆ ਵਾਲੇ ਆਪਸ ਵਿੱਚ ਇਕੁਅਲ ਨੇ, ਜਦੋਂ ਇਹ ਪੂਰੇ ਦਾ ਪੂਰਾ ਕੰਪਲੀਟ ਇਕੁਅਲ ਹੈ ਤਾਂ ਇਹ ਆਪਸ ਵਿੱਚ ਵੀ ਇਕੁਅਲ ਹੋ ਗਏ। ਇਸ ਨੂੰ ਤੁਸੀਂ ਪ੍ਰੂਫ ਕਰ ਸਕਦੇ ਹੋ ਜਿੱਦਾਂ ਮਰਜ਼ੀ ਕਰ ਲਓ, ਕਿਉਂਕਿ ਆ ਵਾਲਾ ਹਿੱਸਾ ਆ ਵਾਲੇ ਹਿੱਸੇ ਦੇ ਬਰਾਬਰ ਆਏਗਾ, ਆ ਇਹਦੇ ਹਿੱਸੇ ਦੇ ਬਰਾਬਰ ਆਏਗਾ, ਆ ਇਹਦੇ ਆਏਗਾ। ਠੀਕ ਹੈ, ਤਾਂ ਇਹ ਪਾਰਟਸ ਆਪਸ ਵਿੱਚ ਬਾਈਸੈਕਟ ਹੋਣ ਤੋਂ ਬਾਅਦ ਇਕੁਅਲ ਆਉਂਦੇ ਨੇ। ਸੋ ਇਹਨਾਂ ਨੂੰ ਤੁਸੀਂ ਪ੍ਰੂਫ ਅੱਗੇ ਕਰ ਸਕਦੇ ਹੋ, ਉਹ ਅਸੀਂ ਫਾਰਮੂਲਾਸ ਅੱਗੇ ਤੁਹਾਨੂੰ ਦੱਸਾਂਗੇ, ਬਟ ਤੁਸੀਂ ਸਿਰਫ ਬੇਸਿਕ ਨੋਟ ਕਰਨਾ ਹੈ ਕਿ ਇਹ ਸਾਰੇ ਡਾਇਗੋਨਲਸ ਨੇ ਜਿਹੜੇ ਦੋਨੋਂ ਦੇ ਦੋਨੋਂ ਜਦੋਂ ਆਪਸ ਵਿੱਚ ਹਮੇਸ਼ਾ ਬਾਈਸੈਕਟ ਕਰਨਗੇ। ਇਹ ਜਿਹੜੀ ਪ੍ਰਾਪਰਟੀ ਹੈ ਇਹ ਤੁਸੀਂ ਨੋਟ ਕਰ ਲੈਣਾ ਕਿ ਸਕੁਅਰ ਦੇ ਦੋਨੋਂ ਡਾਇਗੋਨਲਸ ਆਪਸ ਵਿੱਚ ਬਾਈਸੈਕਟ ਕਰਦੇ ਨੇ। ਕਲੀਅਰ। ਇਹ ਚੀਜ਼ ਤੁਸੀਂ ਬਿਲਕੁਲ ਨੋਟ ਕਰਨੀ ਹੈ, ਇਹਨੂੰ ਪੱਕਾ ਦਿਮਾਗ ਦੇ ਵਿੱਚ ਬਿਠਾ ਲੈਣਾ ਹੈ। ਔਰ ਜਿੱਥੇ ਇਹ ਬਾਈਸੈਕਟ ਕਰਦੇ ਨੇ ਆਪਸ ਵਿੱਚ ਇੱਕ ਦੂਸਰੇ ਨੂੰ ਕੱਟਦੇ ਨੇ ਉੱਥੇ ਆਪਸ ਵਿੱਚ 90 ਡਿਗਰੀ ਦੇ ਐਂਗਲ ਬਣਾਉਂਦੇ ਨੇ। ਇੱਥੇ ਈਚ 90 ਡਿਗਰੀ ਐਂਗਲ ਬਣੇਗਾ। ਠੀਕ ਹੈ, both diagonals cut each other at 90 डिग्री। दोनों विकर्ण आपस ਵਿੱਚ 90 डिग्री ਤੇ ਕੱਟਦੇ ਨੇ, मतलब कि समकोण ਬਣਾਉਂਦੇ ਨੇ ਇੱਥੇ। ਸੋ ਅਗਰ ਇਹ ਸਾਰੇ ਕੰਪਲੀਟ ਦੇਖੀਏ 90 90 90 ਤੇ ਇਹ ਵੀ ਆਪਸ ਵਿੱਚ 90 ਦੇ ਉੱਪਰ ਕ੍ਰਾਸ ਕਰਦੇ ਨੇ। ਔਰ ਨੈਕਸਟ ਬੇਸਿਕ ਇਹਦਾ ਜਾਣਨਾ ਹੈ ਕਿ ਜਿਹੜੇ ਆਪੋਜ਼ਿਟ ਐਂਗਲਸ ਹੁੰਦੇ ਨੇ, ਠੀਕ ਹੈ, ਜਿਹੜੇ ਡਾਇਗੋਨਲਸ ਨੇ, diagonals bisect opposite angles।
ਜਿਸ ਪੁਆਇੰਟ ਟੂ ਪੁਆਇੰਟ ਡਾਇਗੋਨਲ ਜਾਂਦੇ ਨੇ ਉਹਨਾਂ ਤੇ ਬਣੇ ਹੋਏ ਜਿਹੜੇ ਐਂਗਲ ਨੇ 90 ਡਿਗਰੀ ਦੇ ਉਹਨਾਂ ਨੂੰ ਵੀ ਇਹ ਬਾਈਸੈਕਟ ਕਰਦੇ ਨੇ। ਠੀਕ ਹੈ, ਸੋ ਇਹ 90 90 ਹੈ, ਜਦੋਂ ਇਹ ਬਾਈਸੈਕਟ ਹੋ ਜਾਣਗੇ ਤਾਂ ਇਹ ਸਾਰੇ ਦੇ ਸਾਰੇ 45 45 45 45 45 45 45 ਹੋ ਜਾਣਗੇ। ਤਾਂ ਹੁਣ ਇੱਥੋਂ ਤੁਹਾਨੂੰ ਕਲੀਅਰ ਹੋ ਜਾਣਾ ਹੈ 45 45 90 plus 90 180 ਇੱਕ ਟ੍ਰਾਇੰਗਲ ਦੇ ਜਿਹੜੇ ਸਮ ਹੁੰਦੇ ਆ ਸੌਰੀ ਐਂਗਲ ਹੁੰਦੇ ਆ ਉਹਨਾਂ ਦਾ ਸਮ ਹੈ ਜਿਹੜਾ ਉਹ 180 ਹੁੰਦਾ ਹੈ। ਸੋ ਇਹਨਾਂ ਦਾ ਵੀ ਜਿਹੜਾ ਸਮ ਹੈ ਉਹ 180 ਬਣਦਾ ਹੈ। ਸੋ ਅਗਰ ਇਹਨਾਂ ਦੇ ਆਪੋਜ਼ਿਟ ਐਂਗਲਸ ਇੱਕ ਮੈਂ ਦੱਸਿਆ ਸੀ ਨਾ ਤੁਹਾਨੂੰ ਕਿ ਫਾਰਮੂਲੇ ਦੇ ਵਿੱਚ ਕਲੀਅਰ ਹੋ ਜਾਏਗਾ, ਅਗਰ ਕਿਸੇ ਵੀ ਟ੍ਰਾਇੰਗਲ ਦੇ ਆਪੋਜ਼ਿਟ ਐਂਗਲਸ ਇਕੁਅਲ ਨੇ ਤਾਂ ਉਹਨਾਂ ਦੀਆਂ ਆਪੋਜ਼ਿਟ ਸਾਈਡਸ ਵੀ ਆਪਸ ਵਿੱਚ ਇਕੁਅਲ ਨੇ ਤਾਂ ਇਟ ਮੀਨਸ a ਵਾਲੇ ਦੇ ਇਕੁਅਲ ਹੋ ਜਾਏਗਾ, a ਦੇ ਇਕੁਅਲ ਹੋ ਜਾਏਗਾ, ਮੀਨਸ ਕਿ ਸਾਰੇ ਪਾਰਟ ਆਪਸ ਵਿੱਚ ਇਕੁਅਲ ਨੇ ਜੋ ਅਸੀਂ ਇੱਥੇ ਦੱਸਿਆ ਸੀ ਤੁਹਾਨੂੰ। ਸੋ ਇਹ ਤੁਹਾਡੇ ਕੋਲ ਡਾਇਗੋਨਲਸ ਦੇ ਨਾਲ ਰਿਲੇਟਡ ਬੇਸਿਕ ਗੱਲਾਂ ਸੀ ਜਿਹੜੀਆਂ ਜੋ ਤੁਹਾਨੂੰ ਅਪ ਟੂ 10th ਕੰਮ ਆਣਗੀਆਂ। ਠੀਕ ਹੈ, ਉਹ ਤੁਸੀਂ ਨੋਟ ਕਰਨੀਆਂ ਨੇ। ਸੋ ਇਸ ਵੀਡੀਓ ਨੂੰ ਐਂਡ ਤੱਕ ਦੇਖੋ, ਸਕੁਅਰ ਦੇ ਨਾਲ ਰਿਲੇਟਡ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਤੇ ਜਿੰਨੇ ਵੀ ਬੱਚੇ ਜੋ ਅੱਗੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਬੈਠਦੇ ਨੇ, ਕੰਪੀਟੀਟਿਵ ਐਗਜ਼ਾਮਸ ਹੁੰਦੇ ਨੇ ਉਹਨਾਂ ਦੇ ਵਿੱਚ ਮੋਸਟਲੀ ਬੇਸਿਕ ਕੁਐਸਚਨ ਹੀ ਪੁੱਛੇ ਜਾਂਦੇ ਨੇ। ਬੇਸਿਕ ਕੁਐਸਚਨ ਇਹਨਾਂ ਦੇ ਵਿੱਚੋਂ ਹੀ ਆਣੇ ਨੇ, ਸਾਰੇ ਬੇਸਿਕ ਕੁਐਸਚਨ ਇਹੀ ਬਣਦੇ ਨੇ। ਜੋ ਅੱਗੇ ਫਾਰਮੂਲਾਜ਼ ਰਹਿ ਗਏ ਉਹ ਅਸੀਂ ਤੁਹਾਨੂੰ ਹੁਣ ਅੱਗੇ ਕਰਵਾਵਾਂਗੇ। ਸੋ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਦੇ ਰਹੋ, ਤੁਹਾਡੇ 10th ਤੱਕ ਦੇ ਸਾਰੇ ਡਾਊਟ ਜੋ ਸਕੁਅਰ ਦੇ ਨਾਲ ਰਿਲੇਟਡ ਨੇ ਉਹ ਬਿਲਕੁਲ ਦੂਰ ਹੋ ਜਾਣਗੇ। ਸੋ ਅੱਗੇ ਅਸੀਂ ਹੁਣ ਫਾਰਮੂਲਿਆਂ ਦੀ ਗੱਲ ਕਰਦੇ ਹਾਂ ਕਿ ਫਾਰਮੂਲੇ ਕਿਹੜੇ-ਕਿਹੜੇ ਹੁੰਦੇ ਨੇ। ਬੇਸਿਕਲੀ ਅਸੀਂ ਜਾਣਦੇ ਹਾਂ ਕਿ ਜਿਹੜੇ ਫਾਰਮੂਲੇ ਨੇ ਉਹ ਜਾਂ ਤਾਂ ਪੈਰੀਮੀਟਰ ਦੇ ਹੁੰਦੇ ਆ ਤੇ ਜਾਂ ਸਕੁਅਰ ਦੇ ਹੁੰਦੇ ਆ, ਜਿਓਮੈਟਰੀ ਦੇ ਵਿੱਚ ਏਰੀਆ ਦੇ ਹੁੰਦੇ ਆ। ਤੇ ਏਰੀਆ ਤੇ ਪੈਰੀਮੀਟਰ ਤੋਂ ਬਿਨਾ ਹੋਰ ਸਾਨੂੰ ਨਹੀਂ ਪਤਾ ਕਿ ਵਰਗ ਦੇ ਵਿੱਚ ਸਕੁਅਰ ਦੇ ਵਿੱਚ ਹੋਰ ਕਿਹੜਾ ਫਾਰਮੂਲਾ ਜਿਹੜਾ ਉਹ ਲੱਗਦਾ ਹੈ, ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਕੁਅਰ ਦੇ ਵਿੱਚ ਹੋਰ ਕਿਹੜੇ-ਕਿਹੜੇ ਫਾਰਮੂਲੇ ਇੱਥੇ ਯੂਜ਼ ਹੁੰਦੇ ਨੇ। ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਪਰਿਮਾਪ, ਜਿਹਨੂੰ ਅਸੀਂ ਪੈਰੀਮੀਟਰ ਵੀ ਕਹਿੰਦੇ ਆ, ਇੰਗਲਿਸ਼ ਦੇ ਵਿੱਚ ਪੈਰੀਮੀਟਰ, ਪੰਜਾਬੀ ਦੇ ਵਿੱਚ ਪਰਿਮਾਪ ਕਿਹਾ ਜਾਂਦਾ ਹੈ। ਤਾਂ ਇਹਦਾ ਫਾਰਮੂਲਾ ਕੀ ਹੁੰਦਾ ਹੈ? ਆਮ ਤੌਰ ਤੇ ਅਸੀਂ ਕਿਸੇ ਵੀ ਬਹੁਭੁਜ ਦਾ ਜਦੋਂ ਅਸੀਂ ਪਰਿਮਾਪ ਕੱਢਦੇ ਹਾਂ, ਪੈਰੀਮੀਟਰ ਫਾਈਂਡ ਆਊਟ ਕਰਦੇ ਹਾਂ, ਤਾਂ ਅਸੀਂ ਕੀ ਕਰਦੇ ਹਾਂ? ਬੇਸਿਕ ਫਾਰਮੂਲਾ ਕੀ ਹੈ? ਸਾਰੀਆਂ ਭੁਜਾਵਾਂ ਦਾ ਜੋੜ, ਸਮ ਆਫ ਆਲ ਸਾਈਡਸ। ਸਮ ਆਫ ਆਲ ਸਾਈਡਸ, ਸਮ ਆਫ ਆਲ ਸਾਈਡਸ, ਇਹ ਸਾਡੇ ਕੋਲੇ ਬੇਸਿਕ ਫਾਰਮੂਲਾ ਹੁੰਦਾ। ਇਹਦੇ ਰਿਗਾਰਡਿੰਗ ਵੀ ਤੁਹਾਨੂੰ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਜਾ ਸਕਦਾ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਜਿਹੜੇ ਕੁਐਸਚਨ ਚੱਲਦੇ ਹੁੰਦੇ ਆ ਉਹ ਇਹੀ ਹੈ ਵੀ ਵਰਗ ਦਾ ਖੇਤਰਫਲ ਹੈ ਜੀ ਭੁਜਾ ਗੁਣਾ ਭੁਜਾ, ਵਰਗ ਦਾ ਪਰਿਮਾਪ ਜੀ 4 ਗੁਣਾ ਭੁਜਾ। ਬਟ ਕਈ ਵਾਰ ਬੜਾ ਤੁਹਾਡੇ ਮਾਈਂਡ ਨੂੰ ਟਰੈਕ ਕਰਨ ਦੇ ਲਈ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਬਿਲਕੁਲ ਬੇਸਿਕ ਪੁੱਛ ਲਿਆ ਜਾਂਦਾ ਤੇ ਉੱਥੇ ਤੁਹਾਨੂੰ ਦੋਨੀ ਆਪਸ਼ਨਾਂ ਦੇ ਦਿੱਤੀਆਂ ਜਾਂਦੀਆਂ ਨੇ। ਤਾਂ ਉੱਥੇ ਜਦੋਂ ਬੇਸਿਕ ਫਾਰਮੂਲੇ ਦੀ ਗੱਲ ਕੀਤੀ ਜਾਂਦੀ ਹੈ ਕਿ ਵੀ ਇੱਥੇ ਕਿਹੜਾ ਆਊਗਾ, ਤੁਹਾਡੇ ਕੋਲ ਇੱਕ ਕੋਈ ਸ਼ਕਲ ਦੇਤੀ ਹੈ, ਕੋਈ ਵਰਗ ਵਰਗੀ ਦੇਤੀ ਹੈ, ਬਟ ਉਹ ਲਿਖਿਆ ਨਹੀਂ ਹੈਗਾ ਕਿ ਵਰਗ ਹੈ, ਤਾਂ ਤੁਸੀਂ ਲਿਖਤਾ ਕਿ ਤੁਹਾਨੂੰ ਵਰਗ ਲੱਗ ਰਿਹਾ ਬਟ ਤੁਹਾਡੇ ਕੋਲ ਦੋਨੋਂ ਆਪਸ਼ਨ ਦਿੱਤੀਆਂ ਹੋਈਆਂ ਨੇ। ਠੀਕ ਹੈ, ਤਾਂ ਤੁਸੀਂ ਉੱਥੇ ਟਿਕ ਕਰਨੀ ਹੈ ਜਿਹੜੀ ਉਹ ਸਾਰੀਆਂ ਭੁਜਾਵਾਂ ਦਾ ਜੋੜ ਹੋਏਗਾ। ਪਰ ਜਦੋਂ ਤੁਹਾਡੇ ਕੋਲ ਲਿਖਿਆ ਆ ਜਾਏਗਾ ਵਰਗ ਦਾ ਪਰਿਮਾਪ, ਪੈਰੀਮੀਟਰ ਆਫ ਸਕੁਅਰ, ਤਾਂ ਹੁੰਦਾ ਤਾਂ ਇੱਥੇ ਵੀ ਇਹੀ ਫਾਰਮੂਲਾ, ਪਰ ਜਿਹੜੀਆਂ ਸਾਈਡਸ ਹੁੰਦੀਆਂ ਨੇ ਸਕੁਅਰ ਦੀਆਂ ਉਹ ਸਾਰੀਆਂ ਇਕੁਅਲ ਹੁੰਦੀਆਂ, ਇਸ ਲਈ ਅਸੀਂ ਉਹਨੂੰ ਸਾਈਡ ਪਲੱਸ ਸਾਈਡ ਹੀ ਲਿਖ ਦਿੰਦੇ ਆ। ਜਿਵੇਂ ਕਿ ਜਿਹੜੀ ਸਾਡੇ ਕੋਲ ਰੈਕਟੈਂਗਲ ਹੁੰਦੀ ਹੈ ਉਹਦੀ ਲੈਂਥ ਇਨਟੂ ਬ੍ਰੈਡਥ ਹੁੰਦੀ ਹੈ, ਉਹ ਵੀ ਦੱਸਾਂਗੇ ਅੱਗੇ ਕਿ ਕੀ ਡਿਫਰੈਂਸ ਆ ਉਹਦੇ ਵਿੱਚ। ਤਾਂ ਇੱਥੇ ਅਸੀਂ ਦੇਖੋ ਲੈਂਥ ਤੇ ਬ੍ਰੈਡਥ ਦੋਨੋਂ ਹੀ ਸੇਮ ਹੁੰਦੀਆਂ, ਇਸ ਲਈ ਉਹਨੂੰ ਇੱਕ ਨਾਮ ਦੇ ਦਿੰਦੇ ਆ ਸਾਈਡ, ਜਾਂ ਤੁਸੀਂ ਲੈਂਥ ਵੀ ਲਿਖ ਸਕਦੇ ਹੋ, ਕਿਉਂਕਿ ਲੈਂਥ ਤੇ ਬ੍ਰੈਡਥ ਦੋਨੋਂ ਹੀ ਆਪਸ ਵਿੱਚ ਇਕੁਅਲ ਹੁੰਦੀਆਂ, ਇਸ ਲਈ ਇਹਨੂੰ ਸਾਈਡ ਦੇ ਇਕੁਅਲ ਰੱਖ ਲੈਂਦੇ ਆ ਕਿ ਸਾਈਡ ਮੀਨਸ ਸਾਈਡ ਹੀ ਹੈ ਵੀ ਸਾਰੀਆਂ ਸਾਈਡ ਸੇਮ ਨੇ, ਇਸ ਲਈ ਇਹ ਬਣ ਜਾਂਦੀ ਹੈ
4 into side, 4 into side, ਇਹ side ਨੂੰ represent ਕਰਦੀ ਹੈ। S means side, side मतलब ਜਿਹਦੀਆਂ ਸਾਰੀਆਂ ਸਾਈਡਸ ਇਕੁਅਲ ਨੇ, side is equal to side is equal to side is equal to side, ਠੀਕ ਹੈ ਜੀ। ਫਸਟ ਸੈਕੰਡ ਥਰਡ ਫੋਰਥ ਚਾਰੋਂ ਸਾਈਡਸ ਆਪਸ ਵਿੱਚ ਇਕੁਅਲ ਹੁੰਦੀਆਂ ਨੇ, ਇਸ ਲਈ ਇਹ ਕੀ ਬਣ ਗਿਆ ਜੀ, ਐਡ ਹੋ ਕੇ 4s ਬਣ ਗਿਆ। ਤਾਂ ਇਹਦਾ ਬੇਸਿਕ ਜਾਣਕਾਰੀ ਹੈ ਜੀ। ਬਟ ਜਿਹੜੀ ਰੈਕਟੈਂਗਲ ਹੁੰਦੀ ਹੈ ਉਹ ਵੀ ਤੁਹਾਨੂੰ ਨਾਲ ਨਾਲ ਇੱਥੇ ਦੱਸਦੇ ਆ। ਰੈਕਟੈਂਗਲ ਦੇ ਉੱਪਰ ਵੀ ਪੂਰੀ ਅਲੱਗ ਵੀਡੀਓ ਬਣਾਵਾਂਗੇ, ਬਟ ਇਹਦੇ ਵਿੱਚ ਬੇਸਿਕ ਅਸੀਂ ਤੁਹਾਨੂੰ ਨਾਲ ਹੀ ਕਲੀਅਰ ਕਰ ਦਿੰਦੇ ਹਾਂ ਤਾਂ ਕਿ ਤੁਹਾਡੇ ਤੁਸੀਂ ਉਸ ਨੂੰ ਕੰਪੇਅਰ ਕਰਕੇ ਸਮਝ ਸਕੋ। ਪੈਰੀਮੀਟਰ ਆਫ ਰੈਕਟੈਂਗਲ, ਆਇਤ ਦਾ ਪਰਿਮਾਪ ਜੀ। ਤਾਂ ਇਹ ਕੀ ਹੁੰਦਾ ਹੈ ਜੀ, ਸਾਨੂੰ ਪਤਾ ਹੈ 2 ਬ੍ਰੈਕਟ ਲੈਂਥ ਪਲੱਸ ਬ੍ਰੈਡਥ, ਬਟ ਕੀ ਹੁੰਦਾ ਹੈ ਆਇਤ ਦੇ ਵਿੱਚ, ਰੈਕਟੈਂਗਲ ਦੇ ਵਿੱਚ 2 ਲੈਂਥ ਹੁੰਦੀਆਂ ਨੇ ਤੇ 2 ਹੀ ਬ੍ਰੈਡਥ ਹੁੰਦੀਆਂ ਨੇ। ਲੈਂਥ ਬ੍ਰੈਡਥ, ਲੈਂਥ ਬ੍ਰੈਡਥ, ਤਾਂ ਲੈਂਥ ਪਲੱਸ ਬ੍ਰੈਡਥ ਪਲੱਸ ਲੈਂਥ ਪਲੱਸ ਬ੍ਰੈਡਥ, ਕਲੀਅਰ। ਤਾਂ ਅਸੀਂ ਸਾਰੀਆਂ ਭੁਜਾਵਾਂ ਦਾ ਜੋੜ ਕਰਨਾ ਹੈ ਜੀ, ਸਮ ਆਫ ਆਲ ਸਾਈਡਸ। ਤਾਂ 2 ਲੈਂਥ ਹੋ ਗਈਆਂ, 2 ਬ੍ਰੈਡਥ ਹੋ ਗਈਆਂ, 2 ਕਾਮਨ ਆ ਗਿਆ, ਲੈਂਥ ਪਲੱਸ ਬ੍ਰੈਡਥ ਇਹਦੇ ਵਿੱਚ ਅੰਦਰ ਆ ਗਿਆ, ਕਲੀਅਰ। ਇੱਥੇ ਅਸੀਂ ਇੱਕ ਚੀਜ਼ ਨੋਟ ਕਰਵਾ ਦਿੰਦੇ ਆ, ਬੋਰਡ ਦੇ ਵਿੱਚ ਇਹ ਰੂਲ ਹੈ ਕਿ ਜਦੋਂ ਤੁਸੀਂ ਇਹਨਾਂ ਦਾ ਆਨਸਰ ਫਾਈਂਡ ਆਊਟ ਕਰਦੇ ਹੋ, ਚਾਹੇ ਏਰੀਆ ਚਾਹੇ ਪੈਰੀਮੀਟਰ, ਇਹਦੇ ਨਾਲ ਜਿਹੜੀ ਯੂਨਿਟ ਹੈ ਉਹ ਜ਼ਰੂਰ ਲਿਖਣੀ ਹੈ ਜੀ, ਚਾਹੇ ਉਹ ਸੈਂਟੀਮੀਟਰ ਦੇ ਵਿੱਚ ਹੈ, ਚਾਹੇ ਉਹ ਮੀਟਰ ਦੇ ਵਿੱਚ ਹੈ, ਚਾਹੇ ਮਿਲੀਮੀਟਰ ਦੇ ਵਿੱਚ ਹੈ, ਤੁਸੀਂ ਇਹਦੀ ਜਿਹੜੀ ਯੂਨਿਟ ਹੈ ਜ਼ਰੂਰ ਲਿਖਣਾ ਹੈ। ਨਹੀਂ ਤਾਂ ਅਕੋਰਡਿੰਗ ਟੂ ਰੂਲ ਆਫ ਬੋਰਡ ਐਗਜ਼ਾਮੀਨੇਸ਼ਨ ਤੁਹਾਡਾ ਹਾਫ ਮਾਰਕ ਹੈ ਜਿਹੜਾ ਉਹ ਕੱਟ ਹੋ ਜਾਏਗਾ ਜੀ। ਇਹ ਅਸੀਂ ਗਰੰਟਡ ਕਹਿ ਸਕਦੇ ਹਾਂ। 14 ਸਾਲ ਦਾ ਐਕਸਪੀਰੀਅੰਸ ਹੈ, ਸਪੈਸ਼ਲੀ ਬੋਰਡ ਦੀਆਂ ਤਿਆਰੀਆਂ ਕਰਵਾਈਆਂ ਨੇ। ਅੱਧਾ ਮਾਰਕਸ ਸਿਰਫ ਤੇ ਸਿਰਫ ਆ ਯੂਨਿਟ ਨਾਲ ਲਿਖਣ ਤੇ ਘਟ ਜਾਣਾ ਜੀ ਤੁਹਾਡਾ। ਤੁਸੀਂ ਲਾਸਟ ਦੇ ਉੱਤੇ ਕਨਕਲੂਜਨ ਲੈ ਕੇ ਆਨੇ ਹੋ ਤੇ ਉਹ ਲਿਖਦੇ ਨਹੀਂ, ਸੋਲਵ ਕੀਤੀ ਲਿਖਤਾ, ਔਰ ਤੁਸੀਂ ਫਾਰਮੂਲਾ ਜਾਣਦੇ ਹੋ, ਫਾਰਮੂਲਾ ਤੁਸੀਂ ਮੈਂਸ਼ਨ ਨਹੀਂ ਕਰਦੇ। ਫਾਰਮੂਲਾ ਮੈਂਸ਼ਨ ਨਹੀਂ ਕੀਤਾ ਤਾਂ ਅਕੋਰਡਿੰਗ ਟੂ ਰੂਲ ਆਫ ਬੋਰਡ ਐਗਜ਼ਾਮੀਨੇਸ਼ਨ ਦਾ ਤੁਹਾਡਾ ਇਹ ਵੀ ਮਾਰਕਸ ਹੈ ਜਿਹੜਾ ਇਹ ਮਿਨੀਮਮ ਹੈ ਜੀ, ਹਾਫ ਤੋਂ 1 ਤੱਕ ਵੀ ਐਗਜ਼ਾਮੀਨਰ ਕੱਢ ਦਿੰਦਾ ਜਦੋਂ ਤੁਹਾਡਾ ਐਗਜ਼ਾਮ ਚੈੱਕ ਕਰਦਾ। ਤਾਂ ਜਿਹੜਾ ਫਾਰਮੂਲਾ ਹੈ ਉਹ ਕੁਐਸਚਨ ਦੇ ਵਿੱਚ ਜ਼ਰੂਰ ਮੈਂਸ਼ਨ ਕਰਨਾ ਹੈ, ਤਾਂ ਗਾਰੰਟੀ ਹੈ ਕਿ ਤੁਹਾਡਾ ਲਾਸਟ ਦੇ ਉੱਤੇ ਕਨਕਲੂਜਨ ਵਿਦ ਯੂਨਿਟ ਲਿਖਣ ਤੇ ਫਾਰਮੂਲਾ ਮੈਂਸ਼ਨ ਕਰਨ ਤੇ 1 ਨੰਬਰ ਕੁਐਸਚਨ ਚੋਂ ਆਉਣਾ ਹੀ ਆਉਣਾ। ਤੇ ਬੋਰਡ ਨੇ ਪਿਛਲੇ ਸਾਲ ਇਹ ਰੂਲ ਬਣਾਤਾ ਸੀ, ਅਗਰ ਤੁਸੀਂ ਕੁਐਸਚਨ ਸਾਰਾ ਕੁਝ ਵੀ ਕਰਕੇ ਆਨੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਨੰਬਰ ਮਿਲਣਗੇ, ਜ਼ੀਰੋ ਮੈਂਸ਼ਨ ਨਹੀਂ ਹੋ ਸਕਦੀ। ਅਗਰ ਤੁਸੀਂ ਕੁਐਸਚਨ ਪੇਪਰ ਖਾਲੀ ਛੱਡ ਆਏ ਹੋ, ਉਹਦੇ ਵਿੱਚ ਕੁਐਸਚਨ ਕੀਤਾ ਹੀ ਨਹੀਂ, ਫੇਰ ਹੀ ਜ਼ੀਰੋ ਮਾਰਕਸ ਹੋਣੀ ਹੈ, ਠੀਕ ਹੈ। ਤਾਂ ਬਟ ਤੁਸੀਂ ਅਗਰ ਕੁਝ ਵੀ ਕਰਦੇ ਹੋ, ਤੁਹਾਨੂੰ ਕੈਲਕੂਲੇਸ਼ਨ ਗਲਤ ਹੋ ਗਈ ਹੈ, ਫਾਰਮੂਲਾ ਲਿਖਿਆ ਆਨਸਰ ਸਹੀ ਹੋ ਗਿਆ, ਉਹ ਬਈ ਤੁਹਾਡਾ 1 ਨੰਬਰ ਕਲੀਅਰ ਹੈ, ਸਮਝ ਲੱਗੀ। ਤਾਂ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ। ਸੋ ਇਹ ਤੁਹਾਡੇ ਸਾਹਮਣੇ ਕੰਪੈਰੀਜ਼ਨ ਹੋ ਗਿਆ ਕਿ ਇੱਥੇ 4s ਫਾਰਮੂਲਾ ਕਿਉਂ ਬਣਿਆ, ਇੱਥੇ 2l+b ਕਿਉਂ ਬਣਿਆ, ਕਲੀਅਰ। ਤਾਂ ਇਹ ਫਾਰਮੂਲਾ ਪੈਰੀਮੀਟਰ ਦਾ ਬਣਿਆ ਜੀ। ਅੱਗੇ ਚੱਲਦੇ ਹਾਂ ਜੀ ਅਸੀਂ ਹੁਣ ਏਰੀਆ, ਖੇਤਰਫਲ। ਹੁਣ ਬੇਸਿਕ ਆਫ ਏਰੀਆ ਸਮਝ ਲਿਓ ਜੀ। ਏਰੀਆ ਕਿੱਥੋਂ ਬਣਿਆ, ਖੇਤਰਫਲ। ਬਹੁਤ ਹੀ ਬਰੀਕੀ ਨਾਲ ਤੁਹਾਨੂੰ ਬੇਸਿਕਲੀ ਸਮਝਾ ਰਹੇ ਹਾਂ, ਬਿਲਕੁਲ ਬੇਸਿਕ ਤਰੀਕੇ ਦੇ ਨਾਲ। ਏਰੀਆ ਕਿੱਥੋਂ ਬਣਿਆ ਜੀ, ਏਰੀਆ ਹਮੇਸ਼ਾ 1/1 ਯੂਨਿਟ ਹੁੰਦਾ ਹੈ ਜੀ, 1/1 ਸਕੁਅਰ ਯੂਨਿਟ ਹੁੰਦਾ ਹੈ। ਮੀਨਸ ਕਿ ਮੰਨ ਕੇ ਚੱਲੋ ਅਸੀਂ ਚਲੋ ਵਰਗ ਦਾ ਹੀ ਲੈਂਦੇ ਆ, ਪਹਿਲਾਂ ਰੈਕਟੈਂਗਲ ਨਹੀਂ ਲੈਂਦੇ, ਠੀਕ ਹੈ ਜੀ। ਤਾਂ ਇਹ ਸਾਰੀਆਂ ਇਕੁਅਲ ਨੇ ਜੀ, ਮੰਨ ਕੇ ਚੱਲਦੇ ਆ 5 ਯੂਨਿਟ ਹੈ ਇਹ। ਐਕਚੁਅਲ ਦੇ ਵਿੱਚ ਇਹ ਆਪਾਂ ਲਿਖ ਲੈਂਦੇ ਆ ਜੀ ਸਾਈਡ ਇਨਟੂ ਸਾਈਡ ਜੀ। ਚਲੋ 4 ਬਣੀਆਂ ਨੇ, ਆਪਾਂ 4 ਲੈ ਲੈਂਦੇ। 4 ਯੂਨਿਟ ਹੈ ਜੀ, ਕੋਈ ਮੀਟਰ ਸੈਂਟੀਮੀਟਰ ਨਹੀਂ, ਜਸਟ ਐਗਜ਼ਾਮਪਲ, ਜਸਟ ਐਨ ਐਗਜ਼ਾਮਪਲ ਹੈ ਇਹ। ਇੱਕ ਐਗਜ਼ਾਮਪਲ ਦੇ ਤੌਰ ਤੇ ਲਿਆ ਵੀ 4 ਯੂਨਿਟ ਇੱਧਰ ਨੂੰ, 4 ਇੱਧਰ ਨੂੰ, 4 ਇੱਧਰ ਨੂੰ, 4 ਇੱਧਰ ਨੂੰ ਹੈ। ਤਾਂ ਜਿਹੜਾ ਏਰੀਆ ਕਾਊਂਟ ਹੁੰਦਾ ਹੈ ਜੀ ਉਹ 1/1 ਹੁੰਦਾ ਹੈ।
1/1 ਤਾਂ ਤੁਸੀਂ ਇਹ ਬਾਕਸ 1 ਯੂਨਿਟ ਇਨਟੂ 1 ਯੂਨਿਟ ਸਕੁਅਰ ਯੂਨਿਟ ਹੁੰਦਾ ਜੀ, ਸਮਝਦੇ ਹੋ। 1 ਇਨਟੂ 1 ਕੀ ਹੁੰਦਾ ਹੈ ਇਜ਼ ਇਕੁਅਲ ਟੂ 1 ਸਕੁਅਰ ਯੂਨਿਟ ਹੋ ਗਿਆ। ਤਾਂ ਅੱਗੇ ਜਾ ਕੇ ਇਹ ਯੂਨਿਟ ਪਲੱਸ ਹੁੰਦੀਆਂ ਨੇ ਜੀ ਜਿੱਥੋਂ ਇਹ ਏਰੀਆ ਬਣਿਆ। ਤਾਂ ਹੁਣ ਦੇਖੋ 1 2 3 4 5 6 7 8 9 10 11 12 13 14 15 16 ਤਾਂ ਇਸੇ ਲਈ ਅਸੀਂ 4/4 ਕਰਤਾ, ਠੀਕ ਹੈ। 4 into 4 ਕਰੋਗੇ 16, ਜਿੰਨਾ ਤੁਸੀਂ ਸਾਈਡ ਲੈਂਥ ਇਨਟੂ ਬ੍ਰੈਡਥ ਕਰੋਗੇ ਉਨੀਆਂ ਹੀ ਇਹਦੇ ਵਿੱਚ 1/1 ਦੀਆਂ ਬਾਕਸ ਬਣਨਗੀਆਂ। ਅਗਰ ਤੁਸੀਂ ਇਸ ਸਿੰਗਲ ਬਾਕਸ ਦਾ ਏਰੀਆ ਕੱਢੋਗੇ ਤਾਂ ਉਹ ਇੰਨਾ ਹੀ ਹੋਏਗਾ, ਜਿਹੜੇ ਮਰਜ਼ੀ ਬਾਕਸ ਦਾ ਕੱਢ ਲਓ ਉਹ ਇੰਨਾ ਹੀ ਹੋਏਗਾ। ਤਾਂ ਇੱਕ ਇੱਕ ਯੂਨਿਟ ਜੁੜ ਰਹੀ ਹੈ, ਇੱਕ ਇੱਕ ਯੂਨਿਟ ਹੈ ਜਿਹੜੀ ਉਹ ਪਲੱਸ ਹੋ ਰਹੀ ਹੈ ਕਿ ਉਹਨੇ ਕਿੰਨਾ ਏਰੀਆ ਕਵਰ ਕੀਤਾ, ਠੀਕ ਹੈ ਜੀ, ਕਿੰਨਾ ਏਰੀਆ ਕਵਰ ਕੀਤਾ। ਅਗਰ ਤੁਸੀਂ ਰੈਕਟੈਂਗਲ ਦੀ ਸ਼ੇਪ ਦੇ ਵਿੱਚ ਲੈਣੇ ਹੋ, ਅਗਰ ਤੁਸੀਂ ਰੈਕਟੈਂਗਲ ਦੀ ਸ਼ੇਪ ਦੇ ਵਿੱਚ ਲੈਣੇ ਹੋ, ਮੰਨ ਕੇ ਚੱਲੋ ਇੱਧਰ 3 ਨੇ, ਠੀਕ ਹੈ ਜੀ, ਆਹ ਵਾਲੀ ਹੈ ਜਿਹੜੀ ਇਹ 5 ਹੈ, ਆਹ ਵਾਲੀ ਹੈ ਜਿਹੜੀ ਇਹ 3 ਹੈ, ठीक है जी। तो हम देखो 1 into 1 1 into 1 1 into 1 ये बॉक्स ਤਾਂ 1/1 यूनिट ਦਾ ਜੀ, ਚਾਹੇ ਰੈਕਟੈਂਗਲ ਚ ਲੈ ਲਓ ਚਾਹੇ ਤੁਸੀਂ ਵਰਗ ਦੇ ਵਿੱਚ ਲੈ ਲਓ, ਸਮਝ ਆ ਗਈ। ਇਹ ਬਾਕਸ ਤਾਂ ਜਿਹੜਾ ਅੰਦਰ ਬਾਕਸ ਬਣਿਆ ਮਤਲਬ ਕਿ ਉਹਦੀਆਂ ਯੂਨਿਟ 3 ਦਾ ਮਤਲਬ ਕੀ ਹੈ, ਇੱਧਰ 3 ਯੂਨਿਟ ਨੇ, ਇੱਧਰ 5 ਯੂਨਿਟ ਨੇ, यूनिट प्रॉपर 1 2 3 4 5 शो हो रही ने ना, तो इधर 1 2 3 शो हो रही ने ना। बट अगर अंदर असि सिंगल यूनिट देखते हैं तो उसका एरिया हमेशा 1 स्क्वायर यूनिट होएगा जी। की होएगा 1 स्क्वायर यूनिट होएगा। ये बेसिक है, बिल्कुल बेसिक जिथों ये एरिया स्टार्ट होया, ठीक है। तो 1 2 3 4 5 6 7 8 9 10 11 12 13 14 15 आ लो जी। अगर तुसी लेंथ इनटू ब्रेडथ करोगे तां भी 15 स्क्वायर यूनिट आऊगा। ते अगर कल्ला कल्ला बॉक्स पर लाइक जिद्दां तुसी ग्राफ देखदे हो जी, एक ग्राफ वाला पेज ले लो, ਤੁਹਾਨੂੰ ਬਿਲਕੁਲ ਉਹਦੇ ਉੱਪਰ ਇੱਕ ਐਗਜ਼ਾਮਪਲ ਦੇ ਤੌਰ ਤੇ ਜੱਜਮੈਂਟ ਲੱਗ ਜੇਗੀ, ਕਿਉਂਕਿ 1/1 ਯੂਨਿਟ ਦਾ ਇੱਕ ਸਿੰਗਲ ਬਹੁਤ ਛੋਟਾ ਜਿਹਾ ਬਾਕਸ ਹੁੰਦਾ ਉਹਦੇ ਉੱਪਰ, ਜਿਹਦੇ ਨਾਲ ਅਸੀਂ ਅੱਗੇ ਗ੍ਰਾਫ ਬਣਾਉਂਦੇ ਹੁੰਦੇ ਆ। ਤਾਂ ਉਹਦੇ ਅਕੋਰਡਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿ ਏਰੀਆ ਕਿੱਥੋਂ ਬਣਿਆ, ਇਹ ਸਾਈਡ ਇਨਟੂ ਸਾਈਡ ਕਿਉਂ ਬਣਿਆ, ਇਹ ਲੈਂਥ ਇਨਟੂ ਬ੍ਰੈਡਥ ਕਿਉਂ ਬਣਿਆ। ਕਲੀਅਰ ਹੈ ਜੀ, ਲੱਗਦਾ ਹੁਣ ਬਿਲਕੁਲ ਕਲੀਅਰ ਹੋ ਗਿਆ ਹੋਵੇਗਾ। ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ जो सर्कल है, जो ट्राइएंगल है ਜਾਂ ਹੋਰ ਸ਼ੇਪਸ ਨੇ ਉਹਨਾਂ ਦਾ ਏਰੀਆ ਕਿੱਦਾਂ ਕਿੱਦਾਂ ਕਿਉਂ ਕਿਉਂ ਇਹ ਬਣਿਆ ਉਹ ਬਿਲਕੁਲ ਬੇਸਿਕਲੀ ਤੁਹਾਨੂੰ ਦੱਸਾਂਗੇ, ਠੀਕ ਹੈ। ਸੋ ਦੇਖਦੇ ਰਹੋ ਐਗਜ਼ਾਮ ਤੱਕ, ਤੇ ਉਸ ਤੋਂ ਬਾਅਦ ਵੀ ਅੱਗੇ ਤੁਸੀਂ ਕਲਾਸਾਂ ਕਰਨੀਆਂ। ਜੋ 4th ਵਾਲੇ ਸਟੂਡੈਂਟ ਨੇ ਉਹ 5th ਚ ਹੋ ਜਾਣਗੇ, 5th ਵਾਲੇ 6th ਦੇ ਵਿੱਚ ਹੋ ਜਾਣਗੇ, 6th ਵਾਲੇ 7th ਦੇ ਵਿੱਚ, 7th ਵਾਲੇ 8th ਦੇ ਵਿੱਚ, 8th ਵਾਲੇ 9th ਤੇ 9th ਵਾਲੇ 10th ਦੇ ਵਿੱਚ। ਸੋ ਉਹਨਾਂ ਦੇ ਇਹ ਵੀਡੀਓ ਸਾਰੀਆਂ ਕਲਾਸਿਸ ਦੇ ਲਈ ਕੰਮ ਆਉਣੀਆਂ ਨੇ। ਸੋ ਇਹਨੂੰ ਦੇਖਦੇ ਰਹੋ, ਇਹ ਬੇਸਿਕ ਹੈ। ਸਿਲੇਬਸ ਜਿੰਨਾ ਮਰਜ਼ੀ ਇੱਧਰ ਉੱਧਰ ਹੁੰਦਾ ਰਹੇ, ਇਹ ਨਹੀਂ ਚੇਂਜ ਹੁੰਦਾ। ਜਿੰਨੇ ਬੱਚੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਆ, ਕੋਈ ਮਿਲਟਰੀ ਦੀ ਤਿਆਰੀ ਕਰਦੇ ਆ, ਕੋਈ ਪਟਵਾਰੀ ਦੀ ਤਿਆਰੀ ਕਰਦੇ ਆ, ਕੋਈ ਕਲੈਰੀਕਲ ਜੌਬ ਦੀ ਤਿਆਰੀ ਕਰਦੇ ਹੋ, ਕੋਈ ਪੁਲਿਸ ਦੀ ਤਿਆਰੀ ਕਰਦੇ ਹੋ, ਕੋਈ ਰੇਲਵੇ ਦੀ ਤਿਆਰੀ ਕਰਦੇ ਹੋ, ਤਾਂ ਉੱਥੇ ਆ ਸਾਰੀਆਂ ਚੀਜ਼ਾਂ ਜੀ ਪੁੱਛੀਆਂ ਜਾਂਦੀਆਂ ਨੇ। ਅਸੀਂ ਬੇਸਿਕਲੀ ਤੁਹਾਨੂੰ ਬਿਲਕੁਲ ਡੂੰਘਾਈ ਚ ਲੈ ਜਾ ਕੇ ਇਸ ਲਈ ਦੱਸ ਰਹੇ ਹਾਂ ਤਾਂ ਕਿ ਤੁਸੀਂ ਇਹਦੇ ਨਾਲ ਕੋਰਿਲੇਟ ਜਿੰਨੇ ਮਰਜ਼ੀ ਕੁਐਸਚਨ ਪੁੱਛੇ ਜਾਣ ਤੁਹਾਡੇ ਉਹ ਸਮਝ ਆਉਂਦੇ ਰਹਿਣਗੇ। ਤਾਂ ਹੁਣ ਅਸੀਂ ਫਾਰਮੂਲਿਆਂ ਦੀ ਗੱਲ ਕਰਦੇ ਹਾਂ ਜੀ। ਇਹ ਤੁਹਾਨੂੰ ਦੱਸਿਆ ਵੀ ਬਣਿਆ ਕਿੱਥੋਂ ਹੈ ਏਰੀਆ, ਏਰੀਆ ਕਿੱਦਾਂ ਕਾਊਂਟ ਹੁੰਦਾ। ਤੁਸੀਂ ਘਰੇ ਆਮ ਲਾਈਫ ਦੇ ਵਿੱਚ ਵੀ ਕੋਈ ਏਰੀਆ ਫਾਈਂਡ ਆਊਟ ਕਰਨੇ ਆ ਉਹ ਕਰ ਸਕਦੇ ਹੋ। ਤਾਂ ਏਰੀਆ ਆਫ ਸਕੁਅਰ ਕੀ ਹੁੰਦਾ ਹੈ ਜੀ, ਸਾਈਡ ਮਲਟੀਪਲਾਈ ਬਾਈ ਸਾਈਡ, ਠੀਕ ਹੈ। ਇਹਨੂੰ ਤੁਸੀਂ ਸਿੱਧਾ ਸਾਈਡ ਸਕੁਅਰ ਵੀ, ਸੌਰੀ ਦਿਮਾਗ ਕਈ ਵਾਰ ਕੁਝ ਹੋਰ ਚੱਲ ਰਿਹਾ ਹੁੰਦਾ ਉਹ ਲਿਖਿਆ ਜਾਂਦਾ। ਸੋ ਸਾਈਡ ਦਾ ਸਕੁਅਰ, ਠੀਕ ਹੈ। ਇਹ ਤੁਹਾਡਾ ਏਰੀਆ ਆ ਗਿਆ ਤੇ ਉਹ ਅਸੀਂ ਦੱਸ ਦਿੱਤਾ ਜੋ ਰੈਕਟੈਂਗਲ ਦਾ ਏਰੀਆ ਲੈਂਥ ਇਨਟੂ ਬ੍ਰੈਡਥ ਕਿਉਂ ਹੁੰਦਾ। ਕਲੀਅਰ ਹੈ ਜੀ। ਹੁਣ ਅਸੀਂ ਅੱਗੇ ਟੌਪਿਕ ਹੈ ਜਿਹੜਾ ਉਹ ਟੱਚ ਕਰਦੇ ਹਾਂ
ਡਾਇਗਨਲਸ ਦਾ। ਇਹ ਦੋ ਹੀ ਇਹਦੇ ਰਿਲੇਟਡ ਸੀ ਜਿਹੜੇ ਬੇਸਿਕ ਫਾਰਮੂਲੇ ਸੀਗੇ। ਅੱਗੇ ਇਹਨਾਂ ਤੋਂ ਹੀ ਕੁਐਸਚਨ ਬਹੁਤ ਜ਼ਿਆਦਾ ਬਣਦੇ ਨੇ, ਠੀਕ ਹੈ। ਉਹ ਜਿਹੜੇ ਹੈਗੇ ਕੁਐਸਚਨ ਦੇ ਅਕੋਰਡਿੰਗ ਹੀ ਤੁਹਾਨੂੰ ਸਮਝਾ ਦਿੱਤਾ ਜਾਊਗਾ। ਤੇ ਜੋ ਪੈਰੀਮੀਟਰ ਸੀ ਉਹ ਵੀ ਤੁਹਾਨੂੰ ਦੱਸ ਦਿੱਤਾ। ਪੈਰੀਮੀਟਰ ਕੀ ਹੁੰਦਾ ਉਹ ਤੁਹਾਨੂੰ ਦੱਸਤਾ ਸੀਗਾ। ਸਾਰੀਆਂ ਸਾਈਡਸ ਦਾ ਪਲੱਸ ਹੁੰਦਾ, ਪੈਰੀਮੀਟਰ ਘੇਰਾ ਹੁੰਦਾ, ਬਾਉਂਡਰੀ ਲੈਂਥ ਆਫ ਬਾਉਂਡਰੀ ਹੁੰਦੀ ਹੈ, ਠੀਕ ਹੈ। ਤਾਂ ਹੁਣ ਅੱਗੇ ਅਸੀਂ ਡਾਇਗਨਲ ਦੇ ਨਾਲ ਰਿਲੇਟਡ ਕੁਝ ਫਾਰਮੂਲੇ ਫਾਈਂਡ ਆਊਟ ਕਰਦੇ ਹਾਂ। ਇਹ ਤੁਹਾਡੇ ਕੋਲ ਇੱਕ ਸਕੁਅਰ ਹੈ, ਸਕੁਅਰ ਦੇ ਵਿੱਚ ਆ ਇੱਕ ਡਾਇਗਨਲ ਹੈ। ਤੁਹਾਡੇ ਕੋਲ AB BC CD ਤੇ AD ਦੀ ਵੈਲਿਊ ਹੈ ਜਿਹੜੀ ਉਹ ਫਾਈਂਡ ਆਊਟ ਗਿਵਨ ਹੈ। AB BC ਤੇ CD ਤੇ AD ਚਾਰੋਂ ਸਾਈਡ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਤੁਹਾਡੇ ਕੋਲੇ ਗਿਵਨ ਹੈ। ਇਹ ਇਕੁਅਲ ਹੁੰਦੀ ਹੈ, ਮੰਨ ਕੇ ਚੱਲੋ 5 ਯੂਨਿਟ 5 ਯੂਨਿਟ 5 ਯੂਨਿਟ 5 ਯੂਨਿਟ ਹੈ। ਪਰ ਤੁਸੀਂ ਆ ਡਾਇਗਨਲ ਦੀ ਵੈਲਿਊ ਫਾਈਂਡ ਆਊਟ ਕਰਨੀ ਹੋਵੇ ਤਾਂ ਕਿਵੇਂ ਕਰੋਗੇ? ਤਾਂ ਅਸੀਂ 5th ਕਲਾਸ ਦੇ ਵਿੱਚ ਇੱਕ ਫਾਰਮੂਲਾ ਇੰਟਰੋਡਿਊਸ ਕੀਤਾ ਜਾਂਦਾ ਬੁੱਕ ਦੇ ਵਿੱਚ, ਉਹ ਦੇਖਦੇ ਹਾਂ, ਜਿਹਨੂੰ ਅਸੀਂ ਕੀ ਕਹਿੰਦੇ ਆ ਜੀ, ਪਾਇਥਾਗੋਰਸ ਥਿਊਰਮ ਕਹਿੰਦੇ ਆ ਜੀ। ਹਾਂਜੀ, ਹੁਣ ਤੁਸੀਂ ਕਹੋਗੇ ਜੀ ਵਰਗ ਦੇ ਵਿੱਚ ਕਿੱਥੋਂ ਆ ਗਈ? ਇਹ ਬਣੀ ਵੀ ਵਰਗ ਤੋਂ ਹੈ ਜੀ। ਪਾਇਥਾਗੋਰਸ ਥਿਊਰਮ ਦਾ ਬੇਸ ਹੀ ਇਹ ਹੈ। ਤੁਸੀਂ ਅੱਜ ਕੱਲ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਸ਼ਨਲ ਪਾਰਕ ਦੇਖ ਰਹੇ ਹੋ। ਉਹ ਐਜੂਕੇਸ਼ਨਲ ਪਾਰਕ ਦੇ ਵਿੱਚ ਜਦੋਂ ਤੁਸੀਂ ਦੇਖੋ ਕਿ ਉੱਥੇ ਹਾਈ ਸਕੂਲਸ ਦੇ ਵਿੱਚ ਜਾਂ ਮਿਡਲ ਸਕੂਲ ਦੇ ਵਿੱਚ ਇੱਕ ਮਾਡਲ ਤਿਆਰ ਕੀਤਾ ਹੋਇਆ, ਉਹਦੇ ਵਿੱਚ ਸਰੀਏ ਲਗਾ ਕੇ ਜਿਹੜੀ ਇੱਕ ਰਾਈਟ ਐਂਗਲ ਟ੍ਰਾਇੰਗਲ ਹੈਗੀ, ਠੀਕ ਹੈ ਜੀ, ਉਹਦੇ ਏਦਾਂ ਬਰਾਬਰ ਉਨੀ ਹੀ ਸਾਈਡ ਲੈ ਕੇ ਇੱਕ ਮਾਡਲ ਤਿਆਰ ਕੀਤਾ ਹੋਇਆ ਜੀ। ਔਰ ਜਿਹੜੀ ਰਾਈਟ ਐਂਗਲ ਹੈ ਉਹ ਨਿਕਲੀ ਇੱਥੋਂ ਹੈ ਜੀ। ਆ ਡਾਇਗਨਲ ਨੇ ਦੋ ਰਾਈਟ ਐਂਗਲ ਬਣਾਤੀਆਂ ਕਿਉਂਕਿ ਇਹਦੇ ਸਾਰੇ ਐਂਗਲ ਹੀ 90 ਡਿਗਰੀ ਦੇ ਹੁੰਦੇ ਆ ਜੀ। ਤਾਂ ਇਹ ਬੇਸਿਕ ਹੈ ਜੀ। ਅਸੀਂ ਸਕੁਅਰ ਹੀ ਕਿਉਂ ਪਹਿਲੀ ਵੀਡੀਓ ਸਟਾਰਟ ਕੀਤੀ ਹੈ? ਬਹੁਤ ਅੱਗੇ ਸਮੁੰਦਰ ਹੈ ਜੀ, ਮੈਥ ਅੱਗੇ ਦੀ ਅੱਗੇ ਬਹੁਤ ਕੁਝ ਬਣਦਾ ਜਾਂਦਾ। ਅਗਰ ਬੇਸਿਕ ਪਤਾ ਹੈ ਚੱਲੇ ਚੱਲੋ, ਇਹ ਅੱਗੇ ਦੀ ਅੱਗੇ ਬਹੁਤ ਕੁਝ ਚੱਲੀ ਜਾਣਾ। ਤਾਂ ਇਦਾਂ ਦਾ ਤੁਸੀਂ ਇੱਕ ਮਾਡਲ ਆ ਜਿਹੜਾ ਉਹ ਸਕੂਲਾਂ ਦੇ ਵਿੱਚ ਦੇਖਿਆ ਹੋਣਾ, ਉਹ ਇਹੀ ਹੈ ਜੀ, ਉਹ ਪਾਇਥਾਗੋਰਸ ਹੈ ਜੀ। ਪ੍ਰੂਫ ਕੀਤਾ ਹੋਇਆ ਕਿ ਪਾਇਥਾਗੋਰਸ ਦੇ ਵਿੱਚ ਜਿਹੜੀ ਹਾਈਪੋਟੈਨਸ ਹੈਗੀ ਕਾਰਨ ਹੈ ਉਹ ਬਾਕੀ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ, ਇਹਦਾ ਵਰਗ ਹੈ ਜਿਹੜਾ ਉਹ ਇਹਨਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਕਿਉਂ ਹੁੰਦਾ? ਇਹ ਬਾਕਸ ਗਿਣ ਲਿਓ ਜੀ, ਉਹੀ ਏਰੀਆ ਫਿਰ ਬੇਸਿਕ ਜਿਹੜਾ ਪਹਿਲਾਂ ਸਮਝਾ ਕੇ ਹਟੇ ਉਹ ਚੀਜ਼ਾਂ ਇਹਦੇ ਵਿੱਚ ਕਾਊਂਟ ਹੋਣਗੀਆਂ। ਸੋ ਅਸੀਂ ਅੱਗੇ ਚੱਲਦੇ ਹਾਂ ਕਿ ਪਾਇਥਾਗੋਰਸ ਥਿਊਰਮ ਇਹਦੇ ਵਿੱਚ ਕਿਵੇਂ ਇੰਪਲੀਮੈਂਟ ਕਰਨੀ ਹੈ। ਤੁਹਾਡੇ ਕੋਲੇ ਇੱਕ ਡਾਇਗਨਲ ਦੋ ਹੁੰਦੇ ਆ ਜੀ। ਅਸੀਂ ਪਹਿਲਾਂ ਇੱਕ ਨੂੰ ਬੇਸਿਕ ਲੈ ਕੇ ਚੱਲਦੇ ਹਾਂ ਕਿ ਬੇਸਿਕਲੀ ਵੀ ਆਪਾਂ ਫਾਈਂਡ ਆਊਟ ਕਿਵੇਂ ਕਰੀਏ। ਅਸੀਂ AC ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਵਾਟ ਇਜ਼ AC? ਲੈਂਥ ਆਫ AC। ਤਾਂ AC ਦੀ ਵੈਲਿਊ ਕਿਵੇਂ? ਤਾਂ ਦੇਖੋ ਸਾਡੇ ਕੋਲ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਦੀ ਹੈ ਜੀ। ਰਾਈਟ ਐਂਗਲ ਟ੍ਰਾਇੰਗਲ ਬਣਦੀ ਹੈ, ਸਮਝ ਆ ਗਿਆ? ਤਾਂ ਰਾਈਟ ਐਂਗਲ ਟ੍ਰਾਇੰਗਲ ਬਣਦੀ ਹੈ। ਅਗਰ ਅਸੀਂ ਇਹਦੇ ਬਾਕਸ ਬਣਾਈਏ ਤਾਂ ਇਹ ਸਾਰੇ ਦੇ ਸਾਰੇ ਹਾਫ ਬਣਨਗੇ ਜੀ। ਅਗਰ ਅਸੀਂ ਇਹ 5 ਯੂਨਿਟ ਲੈ ਲਈਏ, ਠੀਕ ਹੈ ਜੀ, ਇਧਰੋਂ ਵੀ 5 ਯੂਨਿਟ ਲੈ ਲਈਏ, ਤਾਂ ਜਿਹੜੀ ਆਹ ਚੀਜ਼ ਰਹਿ ਗਈ ਇਹਨੂੰ ਅਸੀਂ ਕਿੱਥੇ ਕਾਊਂਟ ਕਰਾਂਗੇ? ਬਾਕੀ ਦਾ ਸਾਰੇ ਕਾਊਂਟ ਹੋ ਰਹੇ ਨੇ। ਤਾਂ ਇਸੇ ਚੀਜ਼ ਨੂੰ ਅਸੀਂ ਪਾਇਥਾਗੋਰਸ ਥਿਊਰਮ ਦੇ ਅਕੋਰਡਿੰਗ, ਜੋ ਪਾਇਥਾਗੋਰਸ ਸਾਡੇ ਮਹਾਨ ਸਾਡੇ ਮੈਥ ਦੇ ਇੱਕ ਮਹਾਨ ਵਿਅਕਤੀ ਹੋਏ ਨੇ, ਜਿਨ੍ਹਾਂ ਨੇ ਮੈਥ ਦੀਆਂ ਸੋਲਿਡ ਜਿਓਮੈਟਰੀ ਦੇ ਵਿੱਚ ਸਾਨੂੰ ਇਹ ਸਾਰੀਆਂ ਚੀਜ਼ਾਂ ਕੱਢ ਕੇ ਦਿੱਤੀਆਂ ਨੇ। ਤੇ ਜਿਓਮੈਟਰੀ ਦੇ ਵਿੱਚ ਉਹਨਾਂ ਨੇ ਪਾਇਥਾਗੋਰਸ ਸੀ ਜਿਹੜੀ ਆਪਦੀ ਇੱਕ ਬਹੁਤ ਵੱਡੀ ਦੇਣ ਸਾਨੂੰ ਦਿੱਤੀ ਹੈ। ਤੇ ਉਹਦੇ ਅਕੋਰਡਿੰਗ ਅਸੀਂ ਯੂਜ਼ ਕਰਾਂਗੇ ਤਾਂ ਹਾਈਪੋਟੈਨਸ ਦਾ ਸਕੁਅਰ, ਬੇਸ ਦਾ ਸਕੁਅਰ ਤੇ ਪਰਪੈਂਡੀਕੂਲਰ ਦਾ ਸਕੁਅਰ, ਇਹਨੂੰ ਏਦਾਂ ਲਿਖਿਆ ਜਾਂਦਾ। ਇਹ ਹੈ ਜੀ ਪੰਜਾਬੀ ਚ ਕਰਨ। ਜਿਹੜੀ ਸਭ ਤੋਂ ਤਿਕੋਣ ਦੀ ਵੱਡੀ ਭੁਜਾ ਹੁੰਦੀ ਹੈ ਤਾਂ ਬਾਕੀ ਭੁਜਾਵਾਂ ਨਾਲੋਂ ਜਿਹੜਾ ਵਿਕਰਨ ਹੈ, ਬਾਕੀ ਸਾਈਡ ਨਾਲੋਂ ਜਿਹੜਾ ਡਾਇਗਨਲ ਹੈ ਉਹ ਸਭ ਤੋਂ ਵੱਡਾ ਹੁੰਦਾ ਜੀ, ਠੀਕ ਹੈ। ਹੋ ਸਕਦਾ ਪਹਿਲਾਂ ਬੇਸਿਕ ਦੇ ਵਿੱਚ ਦੱਸਣਾ ਰਹਿ ਗਿਆ ਹੋਵੇ। ਸਕੁਅਰ ਦੇ ਵਿੱਚ ਜਿਹੜੇ ਦੋਨੋਂ ਡਾਇਗਨਲ ਹੁੰਦੇ ਨੇ ਉਹਨਾਂ ਦੀ ਲੈਂਥ ਬਾਕੀ ਸਾਈਡਸ ਨਾਲੋਂ ਵੱਧ ਹੁੰਦੀ ਹੈ ਜੀ, ਵੱਡੀਆਂ ਹੁੰਦੀਆਂ ਨੇ। ਤਾਂ ਇਹਨੂੰ ਅਸੀਂ ਪੰਜਾਬੀ ਚ ਆਧਾਰ ਕਹਿ ਦਿੰਦੇ ਆ, ਇਹਨੂੰ ਅਸੀਂ ਲੰਬ ਕਹਿ ਦਿੰਦੇ ਆ। ਤਾਂ ਇਹਨਾਂ ਦੇ ਵਰਗਾਂ ਦਾ ਜੋੜ
ਕਰਨ ਦੇ ਵਰਗ ਦੇ ਬਰਾਬਰ ਹੁੰਦਾ ਹੈ। ਤਾਂ ਇਹ ਵਾਲਾ ਫਾਰਮੂਲਾ ਅਸੀਂ ਲਗਾ ਕੇ ਕਰਨ ਦੀ ਲੈਂਥ मतलब हाइपोटेनस जिन्हों असी डायगोनल एक्चुअल दे विच हाइपोटेनस नहीं डायगोनल है की है जी डायगोनल है समझ लगी की है ये डायगोनल है तो ये असी किवें फाइंड आउट कर सकते हैं मान लो ये 5 यूनिट है तो 25 प्लस 25 इज इक्वल टू 50 आ गया तो आ जिहड़ा इधर स्केयर है इधर ये जो साइड चेंज करेगा स्केयर रूट हो जाएगा ठीक है जी तो ये फैक्टर बन गए 5 पेयर दे विच आ गया 5 रूट 2 लेकिन तुसी आ अद्धे बॉक्स नूं जिहड़ा सी फाइंड आउट नहीं कर सकते लेकिन अगर असी ये सारे नूं कंप्लीट कर दिए एक ज्यादा हो गया चलो कोई गल नहीं लगाने लगे हो गया होगा जदों इहनूं तुसीं कंप्लीट कर दोगे उदां ही इहदियां लाइनस कंप्लीट करोगे फिर तुहानूं जजमेंट हो जाएगी कि कित्थों दी क्रॉस कर रहे अद्धियां इधर बच रहीआं अद्धियां इधर बच रहीआं ने ठीक है जी तां उस तो बाद तुहाडे कोले इहदी जिहड़ी लेंथ ब्रेडथ आ पॉइंट्स नूं बुलाउंदी होई बन जाएगी ठीक है तां इत्थे साडे कोल बिल्कुल सिंपल मैथड आ पाइथागोरस अगर तुसी एक समकोण त्रिकोण दे विच सब तो वड्डी भुजा दी लंबाई पता करदे हो ऐदां इसे तरह तुसी वर्क दे विच अगर डायगोनल दी लेंथ फाइंड आउट करनी है तां पाइथागोरस थ्योरम ही उहदे विच इंप्लीमेंट करांगे तां इस तरह असी फाइंड आउट कर लांगे ये एक बेसिक गल सीगी जो अगे वड्डियां क्लासेस दे विच तुहानूं 8th तो लैके 10th तक काम आउंदी है कि डायगोनल है जिहड़ा किवें पता करना 7th दे विच भी कोई ना कोई सम तुहानूं इदां दे आउणगे और अगर असीं इहनूं बेसिकली देखिए तां एक इहदा डायरैक्ट फार्मूला बनदा है डायरैक्ट फार्मूला डायगोनल पता करन दा की हैगा वो नोट कर लो जी जिहड़ा फिर तुहानूं ना पाइथागोरस है जिहड़ी वो अप्लाई करन दी भी जरूरत नहीं पैनी इन्नी ज्यादा लेंथी ये पाइथागोरस तो तुहाडे कोले आ एक बेसिक फार्मूला बन जाता है बेसिक फार्मूला किवें देखो आ साइड सीगी आ भी साइड सीगी आ डायगोनल है ठीक है तो ਅਸੀਂ फार्मूला लगाया एक्चुअल दे विच जेडी बेस ते परपेंडिकुलर है वो दोनों इक्वल ਹੁੰਦੇ ਆ स्केयर दे विच तो ਅਸੀਂ ਕੀ ਲਿਖਾਂਗੇ ਜੀ साइड स्केयर प्लस साइड स्केयर ठीक है साइड स्केयर प्लस साइड स्केयर ते इधर ਸਾਡੇ ਕੋਲ डायगोनल ਦਾ स्केयर है तो ये की हो जाएगा 2 साइड स्केयर की हो जाएगा 2 साइड स्केयर तो हुण इधरों की देखना तुसी इधर तो रह गया कला डायगोनल आ स्केयर उधर जाके स्केयर रूट हो गया 2s स्केयर स्केयर दे नाल आ वाला s दे ऊपर वाला रूट खत्म हो गया ते कला 2 रूट दे विच रह गया तो s रूट 2 तुसी डायरेक्ट अप्लाई करना जी s रूट 2 तो तुहाडे कोले डायगोनल दी वैल्यू निकल आएगी ठीक है जिवें ਅਸੀਂ ਇਹਨੂੰ फाइंड आउट करते हैं डायगोनल इज इक्वल टू साइड 5 रूट 2 लो जी डायरेक्ट आ वाला ਤੁਹਾਨੂੰ मैं प्रूफ करके दिखाया कि पाइथागोरस अप्लाई करते हैं बट पाइथागोरस तो डायरेक्ट ਬਣਿਆ ਇਹ पाइथागोरस ਨੂੰ ਇੰਨਾ ਲੈਂਥੀ ਅਪलाई ਕਰਨ ਦੀ ਜ਼ਰੂਰਤ ਨਹੀਂ ਆ ਬਣ इसलिए मैं कहा कि वीडियो एंड तक देखियो ਤੁਹਾਨੂੰ बहुत सारी जानकारी है ਜਿਹੜੀ स्केयर ਦੇ रिलेटेड नवी ਇਹਦੇ ਵਿੱਚੋਂ डायरेक्ट मिलਣੀ समझ लगी जी तो हुण इहदे अकॉर्डिंग एक असीं होर भी इहदे विच बहुत ज़्यादा इंटरस्टिंग गल्लां ने बहुत ज़्यादा जो 10th दे विच काम आउंदियां ने गल्लां ठीक है एक थोड़ा जिहा लास्ट दे उत्ते बेसिक असीं इहदे विच इंट्रोड्यूस करांगे तुहानूं एक नवीं होर चीज़ जो तुसीं बेसिकली पैरेललोग्राम दे नाल जां 2 पैरेलल लाइनस दे नाल जो एंगल्स बनदे ने वो उत्थे देखे होणगे लेकिन वो स्केयर दे विच किवें लागू हुंदे ने किवें ओहदे विच इंप्लीमेंट हुंदे ने लास्ट है बस वीडियो बहुत ज़्यादा लंबी हो चुकी है ते सो असीं हुण सम अप करदे हां इहदे विच जो सिर्फ 2 गल्लां तुहानूं होर दसणीਆਂ ने ताकि एक वीडियो दे विच तुहानूं ज़्यादा तो ज़्यादा जानकारी है जिहड़ी असीं दे सकीए सो लेंथी हैगी है वीडियो जरूर बट अगर तुसीं क्लास लगानी होवे तां मैक्सिमम 1 घंटे दी क्लास तां
ਲੱਗ ਹੀ ਜਾਂਦੀ ਹੈ, ਲੇਕਿन ਇੱਥੇ ਤੁਹਾਨੂੰ 30-40 ਮਿੰਟ ਦੇ ਅੰਦਰ ਅੰਦਰ ਸਾਰਾ ਹੀ ਆਪਾਂ ਜਿਹੜਾ ਸਕੇਅਰ ਆ ਉਹ ਬਿਲਕੁਲ ਡਿਫਾਈਨ ਕਰਤਾ ਚੰਗੀ ਤਰ੍ਹਾਂ ਪੂਰਾ। ਤਾਂ ਹੁਣ ਅਸੀਂ ਇੱਕ ਕੁਐਸਚਨ ਸੋਲਵ ਕਰਦੇ ਹੁੰਨੇ ਆ, ਤਾਂ ਡਾਇਗਨਲ ਦਾ ਦੇਖੋ ਕਿੰਨਾ ਵੱਡਾ ਰੋਲ ਹੈ। ਅਸੀਂ ਕੁਐਸਚਨ ਸੋਲਵ ਕਰਦੇ ਹੁੰਨੇ ਆ ਕਈ ਵਾਰ, ਜਿਹਦੇ ਵਿੱਚ ਅਸੀਂ ਇਹਨੂੰ ਪ੍ਰੂਫ ਕਰਦੇ ਆ ਕਿ ਇਹ ਪੈਰਲੋਗ੍ਰਾਮ ਹੈ, ਰੰਬਸ ਆ, ਜਾਂ ਆਹ ਵਾਲੀ ਇਹਦੇ ਇਕੁਅਲ ਹੈ, ਆਹ ਕਿੱਦਾਂ ਇਕੁਅਲ ਹੈ, ਇਹ ਸਾਰਾ ਕੁਝ, ਜਾਂ ਇਹ ਪ੍ਰੂਫ ਕਰਦੇ ਆ ਕਿ ਗਿਵਨ ਫਿਗਰ ਹੈ ਜਿਹੜੀ, ਜਾਂ ਗਿਵਨ ਸਾਡੇ ਕੋਲ ਜਿਹੜੀ ਆ ਸ਼ੇਪ ਆ ਪੋਲੀਗਨ ਆ, ਉਹ ਇੱਕ ਸਕੁਅਰ ਹੈ ਜਾਂ ਉਹ ਇੱਕ ਰੈਕਟੈਂਗਲ ਹੈ, ਠੀਕ ਹੈ, ਜਾਂ ਉਹ ਇੱਕ ਪੈਰਲੋਗ੍ਰਾਮ ਹੈ। ਤਾਂ ਉਹਦੇ ਵਿੱਚ ਸਾਡੇ ਕੋਲ ਆ ਡਾਇਗਨਲ ਦਾ ਜਿਹੜਾ ਇੱਕ ਬੇਸਿਕ ਕਨਸੈਪਟ ਹੈ ਉਹ ਬਹੁਤ ਜ਼ਿਆਦਾ ਵੱਡਾ ਰੋਲ ਇੱਥੇ ਨਿਭਾਉਂਦਾ ਹੈ। ਜਿਵੇਂ ਕਿ ਅਸੀਂ ਪਿੱਛੇ ਪਹਿਲਾਂ ਤੁਹਾਨੂੰ ਸਮਝਾਇਆ ਸੀਗਾ ਆ ਚੀਜ਼, ਕਿ ਆ ਚੀਜ਼ ਇਹਦੇ ਇਕੁਅਲ ਹੋ ਜਾਂਦੀ ਹੈ, ਇਦਾਂ ਹੋ ਜਾਂਦੀ ਹੈ, ਉਹ ਸਾਰਾ ਕੁਝ ਤੁਸੀਂ ਸਿੱਖ ਚੁੱਕੇ ਹੋ। ਲੇਕਿਨ ਹੁਣ ਨਵਾਂ ਸਾਨੂੰ ਪਤਾ ਹੈ ਕਿ ਜਦੋਂ ਦੋ ਪੈਰਲਲ ਲਾਈਨਸ ਨੂੰ ਇੱਕ ਲਾਈਨ ਹੈ ਜਿਹੜੀ ਉਹ ਇਦਾਂ ਬਾਈਸੈਕਟ ਕਰਦੇ ਆ, ਠੀਕ ਹੈ, ਤਾਂ ਆ ਲਾਈਨਾਂ ਸਕੁਅਰ ਦੀਆਂ ਆਪੋਜ਼ਿਟ ਸਾਈਡਸ ਕੀ ਹੁੰਦੀਆਂ ਨੇ, ਪੈਰਲਲ ਹੁੰਦੀਆਂ ਨੇ। ਤਾਂ ਇਹ ਜਿਹੜੇ ਆਪੋਜ਼ਿਟ ਜਿੱਥੇ ਕੱਟ ਕਰਦੀਆਂ ਆ ਐਂਗਲ ਤੇ ਆ ਐਂਗਲ ਆਪਸ ਵਿੱਚ ਇਕੁਅਲ ਹੈ ਜੀ। ਅਸੀਂ ਦੱਸਿਆ ਸੀ ਨਾ 45 ਹੋ ਗਏ ਸੀ ਸਾਰੇ। ਤਾਂ ਦੇਖੋ ਇਹ ਸਾਡੇ ਕੋਲ ਕਿਹੜੇ ਐਂਗਲ ਹੁੰਦੇ ਨੇ, ਕਿਹੜੇ ਹੁੰਦੇ ਆ ਜੀ, ਅਲਟਰਨੇਟ ਇੰਟੀਰੀਅਰ ਐਂਗਲ। ਸਮਝ ਆ ਗਈ ਜੀ, ਉਹ ਕਿਉਂ ਇਕੁਅਲ ਹੁੰਦੇ ਨੇ। ਤਾਂ ਸਕੁਅਰ ਨਾਲ ਦੇਖੋ ਕਿੰਨੇ ਕਨਸੈਪਟ ਜੁੜਦੇ ਆ, ਸਕੁਅਰ ਤੋਂ ਕਿੰਨੇ ਕਨਸੈਪਟ ਮੈਥ ਦੇ ਵਿੱਚ ਅੱਗੇ ਚੱਲੇ ਨੇ। ਇਸੇ ਤਰ੍ਹਾਂ ਅਸੀਂ ਵਰਟੀਕਲ ਆਪੋਜ਼ਿਟ ਐਂਗਲ ਲੈਣੇ ਆ ਜੀ, ਇੱਥੇ ਵਰਟੀਕਲ ਆਪੋਜ਼ਿਟ ਐਂਗਲ ਲੈਣੇ ਆ ਜੀ, ਠੀਕ ਹੈ ਜੀ। ਇਸੇ ਤਰ੍ਹਾਂ ਅਸੀਂ ਇੱਕ ਆ ਕਨਸੈਪਟ ਹੁੰਦਾ ਜਿਨ੍ਹਾਂ ਦਾ ਸਮ 180 ਹੁੰਦਾ ਟੂ ਐਂਗਲਸ ਦਾ, ਲੀਨੀਅਰ ਪੇਅਰ ਵਰਟੀਕਲ ਆਪੋਜ਼ਿਟ ਐਂਗਲ। ਦੇਖੋ ਜੀ ਸਕੁਅਰ ਤੋਂ ਲੀਨੀਅਰ ਪੇਅਰ ਜਿਹਨੂੰ ਅਸੀਂ ਰੇਖੀ ਜੋੜਾ ਕਹਿੰਦੇ ਆ ਜੀ। ਲਓ ਜੀ ਆ 90 ਤੇ ਕੱਟ ਕਰਦੇ ਨੇ ਤਾਂ ਦੇਖੋ 180 ਹੋ ਗਿਆ, ਠੀਕ ਹੈ ਜੀ। ਅਗਰ ਅਸੀਂ ਇਹਨੂੰ ਸੈਂਟਰ ਮੰਨ ਕੇ ਸਰਕਲ ਬਣਾ ਲਈਏ ਤਾਂ ਇਹ ਸਾਰੇ ਸੈਂਟਰ ਦੇ ਆਲੇ ਦੁਆਲੇ ਬਣੇ ਹੋਏ ਜਿੰਨੇ ਵੀ ਸਾਡੇ ਕੋਲ ਐਂਗਲਸ ਨੇ ਉਹਨਾਂ ਦਾ ਸਮ ਹੈ ਜਿਹੜਾ 360 ਹੁੰਦਾ ਜੀ। ਤੁਹਾਨੂੰ ਸਕੁਅਰ ਦੇ ਵਿੱਚ ਹੀ ਸਾਰਾ ਕੁਝ ਕੰਪਲੀਟ ਸਾਰਾ ਮੈਥ ਦੇ ਕਨਸੈਪਟ ਦਿੱਤੇ ਪਏ ਨੇ ਜੀ। ਤਾਂ ਇਹਨਾਂ ਨੂੰ ਅਸੀਂ ਬੜੇ ਹੀ ਚੰਗੇ ਤਰੀਕੇ ਦੇ ਨਾਲ ਦੇਖ ਸਕਦੇ ਹਾਂ। ਹੁਣ ਦੇਖੋ ਅਸੀਂ ਕਿਹਾ ਸੀ ਕਿ ਡਾਇਗੋਨਲ ਸਭ ਤੋਂ ਵੱਡੀ ਸਾਈਡ ਹੁੰਦੀ ਹੈ, ਪਰ ਹੁਣ ਜਦੋਂ ਇਹ ਦੋਨੋਂ ਡਾਇਗੋਨਲ ਆਪਸ ਵਿੱਚ ਕੱਟ ਕਰ ਜਾਂਦੇ ਆ ਤਾਂ ਉੱਥੇ ਇੱਕ ਬੜੀ ਇੰਟਰਸਟਿੰਗ ਚੀਜ਼ ਦੇਖਣ ਵਾਲੀ ਹੈ। ਦੇਖੋ ਆਹ ਵਾਲੀ ਸਾਈਡ ਇਹਦੇ ਇਕੁਅਲ ਹੈ, ਆਹ ਵਾਲੀ ਇਹਦੇ ਇਕੁਅਲ ਹੈ, ਤੇ ਆਹ ਸਾਰੀਆਂ ਇਕੁਅਲ ਅਸੀਂ ਪਿੱਛੇ ਪਹਿਲਾਂ ਤੁਹਾਨੂੰ ਸੋਲਵ ਕਰਕੇ ਦਿਖਾਤੀਆਂ। ਤੇ ਇੱਥੇ ਆ 90 ਬਣ ਜਾਂਦਾ ਹੈ, ਇਹ ਕਿੱਥੇ ਕੱਟਦੀਆਂ ਨੇ ਆਪਸ ਵਿੱਚ 90 ਡਿਗਰੀ। ਤੇ ਦੇਖੋ ਹੁਣ 90 ਦੇ ਆਪੋਜ਼ਿਟ ਸਾਈਡ ਕਿਹੜੀ ਹੁੰਦੀ ਹੈ, ਹਾਈਪੋਟੈਨਸ ਹੁੰਦੀ ਹੈ, ਸਭ ਤੋਂ ਵੱਡੀ ਸਾਈਡ ਹੁੰਦੀ ਹੈ। ਇੱਕ ਫੇਰ ਰਾਈਟ ਐਂਗਲ ਟ੍ਰਾਇੰਗਲ ਬਣ ਗਈ। ਦੇਖੋ ਇਧਰ 1 2 3 4 ਰਾਈਟ ਐਂਗਲ ਟ੍ਰਾਇੰਗਲ। ਅਗਰ ਇੱਕ ਡਾਇਗੋਨਲ ਲੈਣੇ ਹੋ ਤਾਂ ਸਿੰਗਲ ਇੱਕ ਰਾਈਟ ਐਂਗਲ ਟ੍ਰਾਇੰਗਲ ਬਣ ਗਈ, ਦੋਨੋਂ ਲੈ ਲੈ ਤਾਂ 4 ਬਣ ਗਈਆਂ ਜੀ, 4 ਰਾਈਟ ਐਂਗਲ ਟ੍ਰਾਇੰਗਲ ਬਣ ਗਿਆ। ਹੁਣ ਆਹ ਵਾਲੀ ਸਾਈਡ ਵੱਡੀ ਹੋ ਗਈ ਜੀ ਤੇ ਆਹ ਦੋਨੋਂ ਸਾਈਡ ਆਪਸ ਵਿੱਚ ਇਕੁਅਲ ਹੋ ਗਈਆਂ। ਤਾਂ ਇਸੇ ਤਰ੍ਹਾਂ ਆਪਸ ਵਿੱਚ ਇਹ ਬਹੁਤ ਜਿਹੜਾ ਇੱਕ ਵੱਡਾ ਕਨਸੈਪਟ ਵੀ ਹੈ, ਪਰ ਇੱਕ ਬਹੁਤ ਹੀ ਛੋਟਾ ਜਿਹਾ ਕਨਸੈਪਟ ਵੀ ਹੈ। ਲੇਕਿਨ ਇਹਨੂੰ ਅੱਗੇ ਅੱਗੇ ਅਸੀਂ ਸਮਝਦੇ ਜਾਵਾਂਗੇ ਤਾਂ ਤੁਹਾਡੇ ਕੋਲੇ ਜਿਓਮੈਟਰੀ ਨਾਲ ਰਿਲੇਟਡ ਜਿੰਨੇ ਵੀ ਕਨਸੈਪਟ ਨੇ ਉਹ ਇੱਕ ਤੋਂ ਇੱਕ ਕਲੀਅਰ ਹੁੰਦੇ ਜਾਣਗੇ ਅਗਰ ਅਸੀਂ ਇਹਨਾਂ ਨੂੰ ਖੋਲ ਕੇ ਸਮਝੀਏ। ਤਾਂ ਵਰਕ ਹੀ ਸਕੁਅਰ ਇੱਕ ਇੰਨਾ ਵੱਡਾ ਕਨਸੈਪਟ ਹੈ ਜਿਹਦੇ ਤੋਂ ਸਾਰੀਆਂ ਸ਼ੇਪਸ ਜਿੰਨੀਆਂ ਪੋਲੀਗਨਸ ਤੁਹਾਡੀਆਂ ਬਣੀਆਂ ਨੇ ਉਹਨਾਂ ਦੇ ਸਾਰੇ ਕਨਸੈਪਟ ਕਲੀਅਰ ਹੁੰਦੇ ਨੇ। ਸੋ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਧੰਨਵਾਦ ਵੀ ਕਰਦੇ ਆਂ, ਤੇ ਸਕੁਅਰ ਨੂੰ ਸਮਝਣ ਦੇ ਲਈ ਇਹਨੂੰ ਅੱਗੇ ਇੰਪਲੀਮੈਂਟ ਕਰਨ ਦੇ ਲਈ ਮੈਂ ਫੇਰ ਦੱਸ ਦਿੰਦਾ ਕਿ ਸਾਰਾ ਕਨਸੈਪਟ ਨੂੰ ਅਗਰ ਤੁਸੀਂ ਤਿਆਰ ਕਰਦੇ ਹੋ ਤਾਂ ਤੁਹਾਡੇ ਜਿੰਨੇ ਕੰਪੀਟੀਟਿਵ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਵੀ ਬਹੁਤ ਲਾਹੇਵੰਦ ਨੇ, ਤੇ ਜਿੰਨੇ 10th ਕਲਾਸ ਤੱਕ MCQs ਬਣਦੇ ਨੇ ਉਹ ਸਾਰੇ ਦੇ ਸਾਰੇ ਇਸ ਦੇ ਵਿੱਚ ਕਵਰ ਹੁੰਦੇ ਨੇ। ਇਸ ਨੂੰ ਧਿਆਨ ਨਾਲ ਜਰੂਰ ਦੇਖ ਲਓ। ਤਾਂ ਅੱਗੇ ਜਰੂਰ ਆਪਾਂ ਹੋਰ ਵੀਡੀਓਜ਼ ਦੇ ਵਿੱਚ ਮਿਲਾਂਗੇ ਜਲਦੀ, ਤੇ ਇਸੇ ਤਰ੍ਹਾਂ ਮੈਥ ਦੇ ਨਾਲ ਨਾਲ ਤੁਹਾਨੂੰ ਇਕਨੋਮਿਕਸ ਦੀ SST ਦੇ ਬਾਕੀ ਜਿੰਨੇ ਵੀ ਕਨਸੈਪਟ ਨੇ ਉਹਨਾਂ ਦੀ, ਤੇ ਥੱਲੇ 5th ਕਲਾਸ ਦੇ ਲਗਭਗ ਸਾਰੇ ਸਬਜੈਕਟਾਂ ਦੀ, ਇਸੇ ਤਰ੍ਹਾਂ 6th ਦਾ SST ਤੇ ਮੈਥ ਤਾਂ ਤੁਹਾਨੂੰ ਜਰੂਰ ਇੱਥੇ ਕਵਰ ਕਰਵਾਏ ਜਾਣਗੇ। ਠੀਕ ਹੈ, ਕੋਸ਼ਿਸ਼ ਕਰਾਂਗੇ ਕਿ ਬਾਕੀ ਸਾਇੰਸ ਤੇ ਇੰਗਲਿਸ਼ ਦੇ ਕਨਸੈਪਟ ਵੀ ਤੁਹਾਨੂੰ ਕਲੀਅਰ ਕਰਾਈਏ, ਲੇਕਿਨ ਅਸੀਂ ਵਾਅਦਾ ਕਰਦੇ ਹਾਂ ਕਿ ਮੈਥ ਤੇ SST ਦੇ ਜਿਹੜੇ ਟੌਪਿਕ ਨੇ ਉਹ ਤੁਹਾਨੂੰ ਬਿਲਕੁਲ ਕੰਪਲੀਟ ਇੱਥੇ ਰਿਵਾਈਜ਼ ਕਰਵਾਏ ਜਾਣਗੇ।
ਸੋ ਇੱਕ ਵਾਰ ਫੇਰ ਤੋਂ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰ ਦਿਓ। ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਵੀ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰਿਓ। ਬਿਲਕੁਲ ਫ੍ਰੀ ਹੈ। JMG ਸਟੱਡੀਜ਼ ਬਿਨਾਂ ਕਿਸੇ ਪੈਸੇ ਦੇ ਤੁਹਾਨੂੰ YouTube ਦੇ ਉੱਪਰ ਸਾਰੀ ਸਟੱਡੀ ਮੁਹੱਈਆ ਕਰਵਾਊਗੀ। ਸੋ ਇਹਨੂੰ ਪੇਪਰਾਂ ਤੱਕ ਆਪਣੇ ਜਿੰਨੇ ਦੋਸਤਾਂ ਮਿੱਤਰਾਂ ਤੱਕ ਹੋ ਸਕਦਾ ਹੈ, ਖਾਸ ਤੌਰ ਤੇ ਜਿੰਨੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਬਹੁਤੇ ਬੱਚੇ ਜਿਹੜੇ ਟਿਊਸ਼ਨ ਵਗੈਰਾ ਦੇ ਉੱਤੇ ਨਹੀਂ ਜਾ ਸਕਦੇ ਜਾਂ ਕੋਈ ਹੋਰ ਸਮੱਸਿਆ, ਉਹਨਾਂ ਨੂੰ ਜ਼ਰੂਰ ਵੀਡੀਓ ਦਿਓ। ਤੇ ਜਿਹੜੇ ਬੱਚੇ ਟਿਊਸ਼ਨਾਂ ਤੇ ਜਾਂਦੇ ਆ ਉਹ ਵੀ ਇੱਕ ਵਾਰ ਸਾਡੀ ਵੀਡੀਓਜ਼ ਨੇ ਜਿਹੜੀਆਂ ਜ਼ਰੂਰ ਦੇਖਿਓ ਤੇ ਦੱਸਿਓ ਕਮੈਂਟਾਂ ਦੇ ਵਿੱਚ ਕਿਵੇਂ ਤੁਹਾਨੂੰ ਲੱਗ ਰਿਹਾ। ਸੋ ਹੌਸਲਾ ਦੇਣ ਦੇ ਲਈ ਕਮੈਂਟਾਂ ਦੇ ਵਿੱਚ ਆਪਣੀ ਫੀਡਬੈਕ ਜ਼ਰੂਰ ਦੇਣੀ ਹੈ। ਇਸ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।